ਕਿੱਥੇ ਆਵਾਂ ਕਿੱਥੇ ਜਾਵਾਂ ਕਿਹਦੇ ਨਾਲ ਮੱਥਾ ਲਾਵਾਂ ਲੱਗਿਆ ਮੈਂ ਦੁਨੀਆ ਨੂੰ ਸਮਝਾਣ ਜਿਹੜੇ ਸਾਧੂ ਲੱਗਣ ਤੁਹਾਨੂੰ ਉਹ ਮੈਨੂੰ ਕੰਜਰ ਲੱਗੀ ਜਾਣ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਹਾਂ ਗੁਰੂ ਪਿਆਰਿਓ, ਕੀ ਕਰੀਏ, ਅਜਿਹੀਆਂ ਗੱਲਾਂ ਕਰਨ ਦਾ ਜੀ ਨਹੀਂ ਕਰਦਾ, ਪਰ ਅੱਜ ਕੱਲ੍ਹ ਸ਼ੇਰ ਵੀ ਅਜਿਹੇ ਹੀ ਫੁਰਨ ਲੱਗ ਪਏ ਆ, ਕਿਉਂਕਿ ਕਰਤੂਤਾਂ ਇਹਨਾਂ ਦੀਆਂ ਅਜਿਹੀਆਂ ਗੰਦੀਆਂ ਅਤੇ ਘਟੀਆ ਦੇਖ ਕੇ ਨਾ ਹਰ ਕਿਸੇ ਦੀ ਰੂਹ ਨੂੰ ਨਾ ਦੁੱਖ ਪਹੁੰਚਦਾ ਆ। ਇਹਨਾਂ ਨੂੰ ਐਕਚੁਅਲੀ ਕੋਈ ਫਰਕ ਨਹੀਂ ਪੈਂਦਾ, ਕਿਉਂਕਿ ਮੈਂ ਜਿੰਨੀਆਂ ਵੀ ਗੱਲਾਂ ਕਰ ਰਿਹਾ ਹਾਂ 100% ਹੋ ਸਕਦਾ ਕਿ 5% ਉਹਦੇ ਵਿੱਚੋਂ ਕੁਛ ਗਲਤ ਹੋਣ ਜਾਂ ਉੱਤੇ ਨੀਚੇ ਹੋਣ। ਗਲਤ ਨਹੀਂ ਹੋਣਗੀਆਂ, ਉੱਤੇ ਨੀਚੇ ਹਲਕੀਆਂ ਫੁਲਕੀਆਂ 5% ਹੋ ਸਕਦੀਆਂ ਨੇ, ਪਰ ਮੈਂ ਕਹਿੰਦਾ ਕਿ 101% ਅੱਜ ਤੱਕ ਮੈਂ ਜਿੰਨੀਆਂ ਗੱਲਾਂ ਕਹੀਆਂ ਨੇ ਉਹ ਸਹੀ ਨੇ। ਹੋ ਸਕਦਾ ਕਿ ਦਿਨ ਜਾਂ ਤਰੀਕ ਮੈਂ ਥੋੜ੍ਹੀ ਘੱਟ ਕਹਿਤੀ ਹੋਵੇ, ਸਾਲ ਅੱਗੇ ਪਿੱਛੇ ਹੋਵੇ, ਪਰ ਜੋ ਕਰਤੂਤਾਂ ਦੱਸੀਆਂ ਨੇ ਉਹ ਕਰਤੂਤਾਂ ਐਗਜ਼ੈਕਟਲੀ ਸਹੀ ਨੇ ਅਤੇ ਮੈਂ ਬਾਏ ਨੇਮ ਦੱਸੀਆਂ ਨੇ। ਅਤੇ ਉਹ ਫਾਈਲਾਂ ਸਾਰੀਆਂ ਦੇ ਸਾਰੀਆਂ SGPC ਨੇ ਆਪ ਦੱਬੀਆਂ ਹੋਈਆਂ ਨੇ। ਇਹਨਾਂ ਦੀਆਂ 48 ਕਮੇਟੀਆਂ ਨੇ, ਇਹਨਾਂ ਦੀਆਂ ਰਿਪੋਰਟਾਂ ਜਿਹੜੀਆਂ ਬਣੀਆਂ ਨੇ, ਇਹਨਾਂ ਦੀ ਫਲਾਈਂਗ ਨੇ ਜਿਹੜੀ ਜਾਂਚ ਕੀਤੀ ਹੈ। ਅਤੇ ਮੈਂ ਐਪੀਸੋਡ ਸ਼ੁਰੂ ਕਰਨ ਤੋਂ ਪਹਿਲਾਂ ਇਹੀ ਕਹਾਂਗਾ ਵੀ ਸੰਗਤ ਜੀ ਚੈਨਲ ਵੱਧ ਤੋਂ ਵੱਧ ਸਬਸਕ੍ਰਾਈਬ ਕਰਿਆ ਕਰੋ। ਜਿੰਨੇ ਕਿ ਮੈਨੂੰ ਵਿਊਜ਼ ਦਿਖਦੇ ਨੇ ਓਨੇ ਕਿ ਸਬਸਕ੍ਰਿਪਸ਼ਨ ਵਧਣੀ ਚਾਹੀਦੀ ਹੈ। ਇਹੀ ਮੇਰੀ ਹੌਸਲਾ ਅਫਜ਼ਾਈ ਬਹੁਤ ਕਰਦਾ ਹੈ, ਤਾਂ ਜੋ ਦੇਸ਼ ਵਿਦੇਸ਼ ਦੀ ਸੰਗਤ ਤੱਕ ਇਹ ਵੀਡੀਓਜ਼ ਪਹੁੰਚ ਸਕਣ ਕਿ ਗੁਰੂ ਘਰਾਂ ਦੇ ਵਿੱਚ ਸਾਨੂੰ ਪਤਾ ਲੱਗੇ ਕਿ ਅਸੀਂ ਜਦੋਂ ਜਾਣਾ ਹੈ ਤਾਂ ਕਿਹੜੀਆਂ ਚੀਜ਼ਾਂ ਦਾ ਅਸੀਂ ਧਿਆਨ ਰੱਖਣਾ ਆ। ਵੀ ਇਹ ਜਿਹੜੇ ਚਿੱਟੇ ਚੋਲੇ ਪਾ ਕੇ ਬੈਠੇ ਆ, ਬੇਸ਼ੱਕ ਤੁਹਾਨੂੰ ਦੇਖਣ ਨੂੰ ਗੁਰਸਿੱਖ ਲੱਗਦੇ ਨੇ, ਪਰ ਇਹਨਾਂ ਦਾ ਕੋਈ ਭਰੋਸਾ ਨਹੀਂ ਕਿ ਇਹਨਾਂ ਨੇ ਖਾਕੀ ਥੱਲਿਓਂ ਪਾਈਆਂ ਆ, ਕਿਹੜੇ ਥੱਲਿਓਂ ਸਫਾ ਚੱਟ ਨੇ ਅਤੇ ਕਿਹੜੇ ਗੁਰਦੁਆਰਿਆਂ ਦੀ ਗੋਲਕ ਦੇ ਵਿੱਚ ਸਿਰਫ ਬੜੇ ਹੋਏ ਨੇ। ਉਹਨਾਂ ਨੂੰ ਗੁਰੂ ਦੇ ਨਾਲ, ਗੁਰੂ ਮਰਿਆਦਾ ਦੇ ਨਾਲ ਕੋਈ ਪਿਆਰ ਨਹੀਂ। ਅੰਗੂਠਾ ਛਾਪ ਜਿਹਨਾਂ ਨੂੰ ਆਪਣੇ ਨਾਮ ਤੱਕ ਲਿਖਣੀ ਨਹੀਂ ਆਉਂਦੀ, ਉਹ ਇਹਨਾਂ ਨੇ ਮੈਨੇਜਰ ਬਣਾਏ ਆ, ਤਰੱਕੀਆਂ ਕੀਤੀਆਂ। ਕਿਉਂ ਕੀਤੀਆਂ? ਕਿਉਂਕਿ ਉਹ ਤਲਵੇ ਚੱਟ ਨੇ, ਉਹ ਬਲਾਤਕਾਰੀ ਨੇ, ਉਹ ਲੋਕਾਂ ਦੀਆਂ ਧੀਆਂ ਭੈਣਾਂ ਦੇ ਉੱਤੇ ਨਜ਼ਰ ਰੱਖ ਕੇ ਪਹਿਲਾਂ ਉਹਨਾਂ ਦੇ ਨਾਲ ਜ਼ਬਰ ਕਰਦੇ ਨੇ, ਫਿਰ ਉਹਨਾਂ ਨੂੰ ਮੌਤ ਦੇ ਘਾਟ ਉਤਾਰ ਆਉਂਦੇ ਨੇ। ਅਜਿਹੀ ਹੀ ਇੱਕ ਤਾਂ ਪਹਿਲਾਂ ਦੱਸਦੀ ਗੁਰਾਂ ਨੇ ਜੋ ਕਰਤੂਤ ਕੀਤੀ, ਪਰ ਇਹਨਾਂ ਨੂੰ ਕੋਈ ਫਰਕ ਨਹੀਂ ਹੈ। ਅੱਜ ਇੱਦਾਂ ਦੀ ਹੀ ਇੱਕ ਹੋਰ ਤੁਹਾਨੂੰ ਕਰਤੂਤ ਦੱਸਾਂਗਾ, ਤੁਸੀਂ ਮਤਲਬ ਭੁੱਲ ਜਾਓਗੇ, ਹੋਸ਼ ਉੱਡ ਜਾਣਗੇ। ਮਤਲਬ ਇਹਨਾਂ ਨੇ ਅਜਿਹੇ ਬੰਦੇ ਆਪਣੇ ਵਿੱਚ ਬਾੜ ਕੇ ਰੱਖੇ ਆ, ਜਿਨ੍ਹਾਂ ਦੀ ਤੁਸੀਂ ਮਤਲਬ ਅਗਰ ਉਹਨਾਂ ਦੀਆਂ ਕਹਾਣੀਆਂ ਸੁਣ, ਮੈਂ ਤਾਂ ਸੀਰੀਅਸਲੀ ਕਹਿੰਦਾ ਇਹਨਾਂ ਦੇ ਇੱਕ ਮੈਨੇਜਰ ਉੱਤੇ ਨਾ ਪੂਰੀ ਇੱਕ ਫਿਲਮ ਨਿਕਲ ਆਊਗੀ। ਉਹ ਫਿਲਮ ਵੀ ਬੜੀ ਸੁਪਰ ਡੁਪਰ ਹਿੱਟ ਜਾਊਗੀ। ਜੇ SGPC ਦੇ ਗੱਦਾਰ ਮੈਨੇਜਰਾਂ ਦੇ ਉੱਤੇ ਫਿਲਮਾਂ ਬਣਾਉਣ ਲੱਗ ਪਈਏ ਨਾ, ਵੀ SGPC ਦੇ ਮੈਨੇਜਰਾਂ ਦੇ ਕਿਰਦਾਰ ਕਿੱਦਾਂ ਦੇ, ਚਲੋ ਜੀ ਇੱਕ ਗੁਰਾਂ 'ਤੇ ਬਣ ਗਈ, ਇੱਕ ਇਸ 'ਤੇ ਬਣ ਗਈ, ਇੱਕ ਉਹ 'ਤੇ ਬਣ ਗਈ। ਅੱਜ ਤੁਹਾਨੂੰ ਪਤਾ ਲੱਗੂਗਾ ਕਿਉਂ ਮੈਂ ਇਹ ਗੱਲਾਂ ਕਹਿ ਰਿਹਾ ਹਾਂ। ਬਹੁਤ ਜਾਣਿਆਂ ਨੂੰ ਬੁਰਾ ਲੱਗਦਾ ਹੈ ਜਿਹੜੇ ਕਹਿੰਦੇ ਨੇ ਕਿ SGPC ਦੇ ਖਿਲਾਫ ਸੈਣੀ ਲਗਾਤਾਰ ਬੋਲ ਰਿਹਾ ਹਾਂ। ਮੈਂ ਇੱਕ ਠੋਕ ਕੇ ਬੋਲ ਰਿਹਾ ਹਾਂ, ਕਰਤੂਤਾਂ ਇਹਨਾਂ ਦੀਆਂ ਦੇਖ ਕੇ ਬੋਲ ਰਿਹਾ ਹਾਂ, ਸਬੂਤ ਨੇ ਮੇਰੇ ਕੋਲ ਤਾਂ ਬੋਲ ਰਿਹਾ ਹਾਂ। ਅਤੇ ਜਿਹੜੇ ਇਹ ਸਲਾਹਾਂ ਦਿੰਦੇ ਨੇ ਕਿ ਕੋਈ ਬਾਹਰ ਦਾ ਆ ਜਾਊਗਾ ਜੀ, ਹੁਣ ਤਾਂ ਸਾਡੇ ਘਰ ਦੇ ਲੁਟੇਰੇ ਲੱਗੇ ਹੋਏ ਨੇ, ਘਰ ਦੇ ਇਕੱਲੇ ਲੁਟੇਰੇ ਹੁੰਦੇ ਮੈਨੂੰ ਬੁਰਾ ਨਹੀਂ ਸੀ ਲੱਗਣਾ। ਲੁਟੇਰਿਆਂ ਨੂੰ ਛਿੱਤਰ ਫੇਰ ਕੇ, ਕਿਉਂਕਿ ਸਾਡੇ ਘਰ ਦੇ ਵਿੱਚ ਵੀ ਕੋਈ ਚੋਰ ਹੋਵੇ ਨਾ, ਬੱਚੇ ਨੂੰ ਅਸੀਂ 1-2 ਵਾਰ ਚਪੇੜਾ ਮਾਰ ਲਈ ਆ, 4 ਵਾਰ ਮਾਰ ਲਈਦਾ ਆ, ਠੀਕ ਹੈ ਨਾ, ਸਮਝਾ ਦਈਦਾ। ਜੇ ਬੱਚਾ ਜਵਾਨ ਹੋਵੇ ਨਾ ਸਮਝੇ ਤਾਂ ਪੁਲਿਸ ਨੂੰ ਆ ਵੀ ਫੋਨ ਕਰਕੇ ਚਕਵਾ ਵੀ ਦਈਦਾ ਵੀ 4 ਦਿਨ ਅੰਦਰ ਰੱਖੋ, ਕੁੱਟੋ, ਇਹਦੀ ਪਤਾ ਲੱਗ ਜੂਗਾ, ਇਹਨੂੰ ਅਕਲ ਟਿਕਾਣੇ ਆ ਜੂਗੀ। ਉਸ ਤੋਂ ਬਾਅਦ ਘਰੇ ਲਿਆ ਕੇ ਫੇਰ ਸੁਧਾਰੀਦਾ ਹੈ, ਠੀਕ ਹੈ। ਉਹ ਚੋਰਾਂ ਵਾਸਤੇ ਹੁੰਦਾ ਹੈ। ਪਰ ਜੇ ਤੁਹਾਡੀ ਔਲਾਦ ਬਲਾਤਕਾਰੀ ਹੋ ਜਾਵੇ, ਨਸ਼ੇੜੀ ਹੋ ਜਾਵੇ, ਘਰ ਨੂੰ ਵੇਚਣ ਦੇ ਉੱਤੇ ਆਇਆ, ਭਾਂਡਾ ਵੇਚ ਦੇਵੇ, ਤਾਂ ਫਿਰ ਅਜਿਹੀ ਔਲਾਦ ਦਾ ਤੁਸੀਂ ਕੀ ਕਰੋਗੇ ਮੈਨੂੰ ਇਹ ਦੱਸ ਦਿਓ। ਫੇਰ ਵੀ ਉਹਨੂੰ ਤਾਂ ਮਤਲਬ ਆਰਾਮ ਨਾਲ ਪਿਆਰ ਨਾਲ ਪੁੱਛ ਕਰਕੇ ਸਮਝਾਓਗੇ, ਬੋਲੋ, ਫੇਰ ਸੂਲੀ ਟੰਗਾਓਗੇ ਨਾ ਉਹਨੂੰ, ਫਿਰ ਮਤਲਬ ਜੇਲਰਾਂ ਨੂੰ ਵੀ ਬਿਨਤਾ ਕਰੋਗੇ ਭਾਈ ਇਹਨੂੰ ਛੱਡਿਓ ਨਾ। ਨਸ਼ਾ ਛੁਡਾਓ ਕੇਂਦਰ 'ਤੇ ਆਪ ਪਤਾ ਨਹੀਂ ਕਿੰਨੇ ਮਾਪੇ ਛੱਡ ਕੇ ਆਏ ਨੇ ਨਾ ਅਜਿਹੀ ਔਲਾਦ ਨੂੰ। ਅਤੇ ਜਿਹੜੇ ਬਾਹਰ ਰਹੇ ਉਹਨਾਂ ਔਲਾਦਾਂ ਨੇ ਕੀ ਕੀਤਾ? ਨਾ ਆਪਣੀ ਮਾਂ ਦੇਖੀ, ਨਾ ਭੈਣ ਦੇਖੀ, ਨਾ ਭਰਾ ਦੇਖਿਆ, ਨਾ ਪਿਓ ਦੇਖਿਆ। ਧੌਣਾ ਗਾਟੇ ਵੱਢ ਕੇ ਉਹਨਾਂ ਦੇ ਆਪਣਾ ਨਸ਼ੇ ਦੀ ਪੂਰਤੀ ਕੀਤੀ। ਉਹੀ ਨਸ਼ਾ ਗੋਲਕ ਦਾ ਇਹਨਾਂ ਨੂੰ ਲੱਗਿਆ ਆ। ਜੇ ਅੱਜ ਅਸੀਂ ਕੋਈ ਨਾ ਬੋਲੇ ਨਾ ਤਾਂ ਇਹਨਾਂ ਨੇ ਵੀ ਧੌਣਾ ਗਾਟੇ ਤੁਹਾਡੀ ਨਹੀਂ ਵੱਢਦੇ, ਦੇਰ ਨਹੀਂ ਲਾਣੀ, ਉੱਥੇ ਤੱਕ ਪਹੁੰਚ ਗਏ ਆ। ਇਹ ਅੱਜ ਤੱਕ ਦੱਸ ਦਿਓ ਜਿਨ੍ਹਾਂ ਨੇ ਆਪਣੀ ਜ਼ੁਬਾਨ ਖੋਲ੍ਹੀ ਆ SGPC ਦੇ ਖਿਲਾਫ, ਜਾਂ ਜਿਹਨਾਂ ਨੇ ਇਹਨਾਂ ਦੇ ਪੋਤੜੇ ਫੋਲੇ ਆ, ਜਾਂ ਜਿਹੜੇ ਅੰਦਰ ਵੜੇ ਆ ਉਹਨਾਂ ਨੂੰ ਛੱਡਿਆ। ਦੇਖ ਲਿਓ ਤੁਸੀਂ ਇਤਿਹਾਸ ਚੱਕ ਕੇ ਦੇਖ ਲਓ, ਕਿੰਨਿਆਂ ਦੀ ਮੌਤ ਐਵੇਂ ਹੀ ਹੋ ਗਈ। ਬਸ ਕਸੂਰ ਉਹਨਾਂ ਦਾ ਇਹ ਸੀ ਵੀ ਉਹਨਾਂ ਨੇ ਜ਼ੁਬਾਨ ਖੋਲ੍ਹੀ ਸੀ ਇਹਨਾਂ ਦੇ ਖਿਲਾਫ, ਇਹਨਾਂ ਦੀਆਂ ਕਰਤੂਤਾਂ ਜੱਗ ਜ਼ਾਹਿਰ ਕੀਤੀਆਂ ਸੀਗੀਆਂ। ਉਹੀ ਕਰਤੂਤਾਂ ਹੁਣ ਮੈਂ ਜੱਗ ਜ਼ਾਹਿਰ ਕਰ ਰਿਹਾ, ਔਨ ਮਤਲਬ ਰਿਕਾਰਡ ਕਰ ਰਿਹਾ ਹਾਂ ਕਿ ਜੇ ਕੱਲ੍ਹ ਨੂੰ ਨਾ ਵੀ ਰਿਹਾ ਨਾ ਤਾਂ ਤੁਹਾਨੂੰ ਐਟਲੀਸਟ ਇੰਨਾ ਪਤਾ ਹੋਊਗਾ ਕਰਤੂਤਾਂ ਕੀ ਨੇ। ਮੈਂ ਅੱਜ ਹੈਗਾ ਆ, ਕੱਲ੍ਹ ਨਹੀਂ ਵੀ ਹੋਗਾ, ਕੋਈ ਹੋਰ ਆ ਕੇ ਬੋਲੂਗਾ। ਜ਼ਮੀਰਾਂ ਜਗਾ ਦਿੱਤੀਆਂ ਬਥੇਰਿਆਂ ਦੀਆਂ, ਵਾਧੂ ਲੋਕਾਂ ਨੂੰ ਪਤਾ ਲੱਗ ਗਿਆ ਵੀ ਕੀ ਹੋ ਰਿਹਾ ਆ। ਇਸ ਕਰਕੇ ਮੈਂ ਬਾਰ-ਬਾਰ ਭਗਵੰਤ ਮਾਨ ਸਰਕਾਰ ਨੂੰ ਵੀ ਬੇਨਤੀ ਕਰਦਾ ਵੀ ਜੋ ਤੁਹਾਡੇ ਹੱਥ 'ਚ ਹੈ ਤੁਸੀਂ ਉਹ ਤਾਂ ਕਰੋ। ਘੱਟੋ ਘੱਟ CBI ਜਾਂਚ ਕਰਵਾਓ। ਜੇ CBI ਜਾਂਚ ਨਹੀਂ ਕਰਵਾਉਣੀ, ਘੱਟੋ ਘੱਟ ਆਡਿਟ ਤਾਂ ਕਰਵਾਓ। ਆਡਿਟ ਦੇ ਨਾਲ ਜਿਹੜੇ ਇਹਨਾਂ ਦੇ ਮੈਨੇਜਰਾਂ ਦੀਆਂ ਕਰਤੂਤਾਂ ਦੱਸ ਰਹੇ ਉਹਨਾਂ ਉੱਤੇ FIR ਇਹਨਾਂ ਨੇ ਆਪਣੇ ਆਪ ਹੀ ਮਤਲਬ ਫਲਾਈਂਗ ਭੇਜ ਕੇ 48 ਕਮੇਟੀਆਂ ਭੇਜ ਕੇ ਮਤਲਬ ਰਿਪੋਰਟਾਂ ਦਬਾ ਲਈਆਂ।
FIR ਹੁੰਦੀਆਂ ਵੀ ਨੇ ਤੇ ਉਹਨਾਂ ਨੂੰ ਪੈਸਾ ਦੇ ਕੇ ਇੱਧਰ ਉੱਧਰ ਮਤਲਬ ਮਹਿਤੇ ਚਾਵਲੇ ਨੂੰ ਦੇਤਾ, ਠੀਕ ਹੈ, ਪੰਜੋਲੀ ਨੂੰ ਦੇਤਾ, ਮੱਕੜ ਨੂੰ ਦੇਤਾ, ਚਲੋ ਦੱਬੋ ਰਿਪੋਰਟਾਂ। ਕਤਲ ਦਾ ਵੀ ਕੇਸ ਤੱਕ ਇਹ ਏਦਾਂ ਦਬਾ ਗਏ ਆ। ਫਿਰ ਘੱਟੋ ਘੱਟ ਐਵੀਡੈਂਸ ਦੇ ਹਿਸਾਬ ਦੇ ਨਾਲ ਗੱਲ ਕਰ ਰਹੇ ਆ, ਇਹਨਾਂ ਦੀ ਜਾਂਚ ਕਰੋ, ਆਪਣੇ ਆਪ ਨਿਕਲ ਆਣਗੇ FIR ਜਿਹੜੇ ਥਾਣੇ 'ਚ ਦਰਜ ਹੋਈ। ਮੈਂ ਤਾਂ ਉਹ ਤੱਕ ਦੱਸਦੀ ਕਿਹੜੇ ਥਾਣੇ 'ਚ FIR ਦਰਜ ਹੈ, ਇਹਨਾਂ ਦੀਆਂ ਫਾਈਲਾਂ, ਇਹ EMPLOYEES ਜਿਹੜੇ ਇਹਨਾਂ ਦੇ ਹੈਗੇ ਉਹਨਾਂ ਦੀਆਂ ਫਾਈਲਾਂ ਜਿਹੜੀਆਂ SGPC ਕੋ ਉਹਦੇ ਨਾਲ ਅਟੈਚ ਨੇ ਇਹ ਚੀਜ਼ਾਂ, ਵੀ ਕਿਹੜੇ ਮੈਨੇਜਰ ਨੇ ਕਿਹੜੀਆਂ ਕੁੱਤੀਆਂ ਕਰਤੂਤਾਂ ਕੀਤੀਆਂ, ਪਰ ਫਿਰ ਵੀ ਉਹਨਾਂ ਨੂੰ ਤਰੱਕੀਆਂ ਦੇ ਕੇ ਇੱਧਰੋਂ ਇੱਧਰ ਬਸ, ਕਿਉਂਕਿ ਸਾਡਾ ਕੁਨਮਾ ਨਹੀਂ ਟੁੱਟਣਾ ਚਾਹੀਦਾ। ਤੇ ਜਿਹੜੇ ਜਾਗਦੀਆਂ ਜ਼ਮੀਰਾਂ ਵਾਲੇ ਚੰਗੇ ਆਂਦੇ ਨੇ ਉਹਨਾਂ ਨੂੰ ਇਹ ਸੂਲੀ ਟੰਗਦੇ ਨੇ। ਬਹੁਤ ਜਲਦੀ ਉਹ ਵੀ ਆਏਗਾ ਜਿਹੜਾ ਇਹਨਾਂ ਦੇ ਵਿੱਚ ਰਿਹਾ ਆ, ਜਿਹੜਾ SGPC ਦੀ ਜਿਹੜੇ ਮੁਲਾਜ਼ਮ ਨੇ ਜਾਂ ਪ੍ਰਧਾਨ ਨੇ ਜਾਂ ਉੱਥੇ ਜਿਹੜੇ ਗ੍ਰੰਥੀ ਨੇ, ਜਥੇਦਾਰ ਨੇ, ਜਿਹੜੇ ਵੀ ਹੈ ਨੇ, ਉਹਨਾਂ ਦੀਆਂ ਕਰਤੂਤਾਂ ਜੋ ਦੇਖਿਆ ਕਿ ਮਤਲਬ ਸਿਰਫ ਚੈਕਿੰਗ ਦੌਰਾਨ ਸੰਗਤ ਜੀ ਤਮਾਕੂਆਂ ਦੇ ਢੇਰ ਲੱਗ ਗਏ, ਤੇ ਬਾਹਰ ਦੇ ਤਾਂ ਬਾਹਰ ਦੇ ਅੰਦਰਲੇ ਵੀ। ਦਰਬਾਰ ਸਾਹਿਬ ਗੁਰੂ ਘਰ ਦੇ ਅੰਦਰ ਤਮਾਕੂ ਲਗਾਉਂਦੇ ਹੋਏ ਜਿਨ੍ਹਾਂ ਨੇ ਫੜੇ ਬੰਦੇ ਉਹਨਾਂ ਨੂੰ ਹੀ ਸਾਈਡ ਕਰਤਾ। ਆਵਾਂਗੇ ਉੱਤੇ ਵੀ ਸਹੀ ਤਰੀਕੇ ਨਾਲ ਸਹੀ ਸਮੇਂ ਦੇ ਉੱਤੇ ਉਹ ਵੀ ਚੀਜ਼ਾਂ ਸਾਹਮਣੇ ਆਣਗੀਆਂ। ਪਰ ਆਓ ਸ਼ੁਰੂਆਤ ਕਰਦੇ ਹਾਂ ਰਘਵੀਰ ਸਿੰਘ ਸਾਡੇ ਜਥੇਦਾਰ ਸਾਹਿਬ ਤੋਂ। ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਜੀ, ਤੇ ਕੇਸਗੜ੍ਹ ਸਾਹਿਬ ਨਵਾਂ ਉਹਨਾਂ ਨੇ ਮੈਨੇਜਰ ਵੀ ਲਗਾਇਆ, ਤੇ ਉਹਨਾਂ ਨੇ ਜੋ ਪ੍ਰੈਸ ਕਾਨਫਰੰਸ ਕੀਤੀ, ਪਹਿਲਾਂ ਉਧਰਲੇ ਪਾਸੇ ਆ ਜਾਈਏ, ਨਜ਼ਰ ਮਾਰ ਲਈਏ ਥੋੜੀ ਜੀ। ਗੁਰਦੁਆਰਾ ਪ੍ਰਬੰਧ ਨੂੰ ਬਦਨਾਮ ਕਰਨ ਵਾਲੇ ਮੁਲਾਜ਼ਮਾਂ ਨੂੰ ਬਖਸ਼ਿਆ ਨਹੀਂ ਜਾਵੇਗਾ, ਜਥੇਦਾਰ ਰਘਵੀਰ ਸਿੰਘ ਵੱਲੋਂ ਇਹ ਪ੍ਰੈਸ ਕਾਨਫਰੰਸ ਕੀਤੀ ਗਈ। ਹੁਣ ਮੈਂ ਰਘਵੀਰ ਸਿੰਘ ਨੂੰ ਬੋਲਾਂਗਾ, ਰਘਵੀਰ ਜੀ ਛੱਜ ਤਾਂ ਬੋਲੇ, ਛਾਨਣੀ ਕਿਉਂ ਬੋਲੇ? ਤੁਸੀਂ ਪਹਿਲਾਂ ਇਹ ਦੱਸ ਦਿਓ ਵੀ ਤੁਹਾਡਾ ਆਪਣਾ ਮੁੰਡਾ ਕਿੱਥੇ ਆ, ਠੀਕ ਹੈ, ਕਿੱਥੇ ਕੰਮ ਕਰਦਾ ਆ, SGPC 'ਚ ਹੀ ਹੈ ਜਾਂ ਨਹੀਂ ਹੈ? ਨਹੀਂ ਪਤਾ ਹੋਗਾ ਫਿਰ ਮੈਂ ਦੱਸ ਦਾਂਗਾ। SGPC ਦੇ ਵਿੱਚ ਬਲੱਡ ਰਿਲੇਸ਼ਨ ਦਾ ਇੱਕੋ ਹੀ ਬੰਦਾ ਕੰਮ ਕਰ ਸਕਦਾ ਨਾ, ਦੱਸੋ, ਇੱਕੋ ਹੀ ਕਰ ਸਕਦਾ। ਹਲੇ ਤੱਕ ਤਾਂ ਮੈਂ ਤੁਹਾਡੇ ਮਤਲਬ ਖੰਗਾਲਣੇ ਨਹੀਂ ਸ਼ੁਰੂ ਕੀਤੇ, ਹੁਣ ਸਮਝ ਲਓ, ਨਹੀਂ ਸਭ ਕੱਢ ਦੂੰ, ਠੀਕ ਹੈ। ਅੱਗੇ ਆਨੇ ਆ, ਬੜੇ ਭਾਰੇ ਭਾਰੇ ਇਹਨਾਂ ਨੇ ਸ਼ਬਦ ਵਰਤੇ, ਠੀਕ ਹੈ ਜੀ, ਵੀ ਮਤਲਬ ਕੋਈ ਵੀ ਬੇਨਿਆਮੀ, ਠੀਕ ਹੈ, ਅਨੁਸ਼ਾਸਨਹੀਣਤਾ, ਭ੍ਰਸ਼ਟਾਚਾਰ, ਮਰਿਆਦਾ ਦੀ ਉਲੰਘਣਾ, ਬੜੇ ਭਾਰੇ ਭਾਰੇ ਇਹਨਾਂ ਨੇ ਸ਼ਬਦ ਵਰਤੇ। ਹੁਣ ਮੈਂ ਇਹ ਪੁੱਛਾਂਗਾ ਕਿ ਸ਼੍ਰੋਮਣੀ ਕਮੇਟੀ ਦੇ ਵਿੱਚ ਮੈਨੂੰ ਇਹ ਦੱਸੋ ਕਿ ਮਰਿਆਦਾ ਹੈ ਕਿੱਥੇ? ਕਿਹੜੀ ਮਰਿਆਦਾ ਤੁਸੀਂ ਮੰਨਦੇ ਹੋ? 1925 ਐਕਟ ਮੰਨਦੇ ਹੋ? ਖਰੜਾ ਕਿਹੜਾ ਤੁਸੀਂ ਮੰਨਦੇ ਹੋ? ਮਰਿਆਦਾ ਕਿਹੜੀ ਮੰਨਦੇ ਹੋ? ਠੀਕ ਹੈ, ਦੱਸੋ। ਝਟਕਾ ਪ੍ਰਵਾਨ ਹੈ, ਮਰਿਆਦਾ ਕਿਹੜੀ ਹੈ ਤੁਹਾਡੀ? ਹੁਣ ਇਹ ਤਾਂ ਨਹੀਂ ਕਹਿ ਸਕਦੇ ਵੀ ਫਤਿਹਗੜ੍ਹ ਸਾਹਿਬ ਜਿਹੜਾ ਹੈਗਾ ਆ ਜੀ ਉਹ ਹੁਣ ਮਹਾਰਾਸ਼ਟਰ 'ਚ ਪੈਂਦਾ ਆ, ਠੀਕ ਹੈ, ਉੱਥੇ ਝਟਕਾ ਕਬੂਲ ਆ, ਤਾਂ ਹੁਣ ਇੱਥੇ ਵੀ ਝਟਕਾ ਕਬੂਲ ਹੋ ਗਿਆ। ਤੁਹਾਡੀਆਂ ਕਰਤੂਤਾਂ ਦੱਸਦੀਆਂ, ਤੁਹਾਡੇ ਬੰਦਿਆਂ ਦੀਆਂ। ਗੁਰੂ ਘਰ ਦੇ ਵਿੱਚ ਫਤਿਹਗੜ੍ਹ ਸਾਹਿਬ ਦੇ ਵਿੱਚ ਹੀ ਬੱਕਰਾ ਝਟਕਾਇਆ ਤੇ ਬਣਾਇਆ ਖਾਇਆ, ਕੱਲ ਹੀ ਦੱਸ ਕੇ ਹਟਿਆ ਆ। ਮਰਿਆਦਾ ਗਈ ਢੇਲ ਲੈਣ ਤੁਹਾਡੇ EMPLOYEES ਦੇ ਵੱਲੋਂ, ਸਾਡੇ ਵੱਲੋਂ ਨਹੀਂ। ਸਾਡੇ ਵਾਸਤੇ ਤਾਂ ਬਹੁਤ ਪਾਕ ਤੇ ਪਵਿੱਤਰ ਸ਼ਬਦ ਨੇ ਇਹ। ਤੁਸੀਂ ਜਿਹੜਾ ਸ਼ਬਦਾਂ ਨੂੰ ਲੈ ਕੇ, ਠੀਕ ਹੈ, ਗੁੜ 'ਚ ਲਪੇਟ ਕੇ ਮਿੱਠਾ ਜ਼ਹਿਰ ਦਿੰਦੇ ਹੋ ਨਾ ਸੰਗਤ ਨੂੰ, ਹੁਣ ਨਹੀਂ ਕੋਈ ਖਾਣ ਵਾਲਾ, ਠੀਕ ਹੈ। ਤੁਹਾਡੇ ਧਾਮੀ ਸਾਹਿਬ ਕਹਿੰਦੇ ਸੀ ਨਾ, ਮੀਡੀਆ ਗੁੜ 'ਚ ਲਪੇਟ ਕੇ ਮਿੱਠਾ ਜ਼ਹਿਰ ਦੇ ਰਿਹਾ ਹੈ। ਮਿੱਠਾ ਜ਼ਹਿਰ, ਤੁਸੀਂ ਜ਼ਹਿਰ ਮਤਲਬ ਇੱਕ ਬੰਦਾ ਆਪਣੇ ਅੰਦਰ ਕਿੰਨਾ ਕੀ ਲਈ ਬੈਠੇ ਹੋ, ਉਹ ਦੁਨੀਆ ਹੁਣ ਦੇਖ ਰਹੀ ਹੈ। ਚਿੱਟੇ ਚੋਲੇ ਹੁਣ ਜਿੰਨੇ ਮਰਜ਼ੀ ਪਾ ਲਓ, ਤੁਹਾਡੀਆਂ ਸਿਰਫ ਦੁਨੀਆ ਨੂੰ ਹੁਣ ਕਾਲੀਆਂ ਕਰਤੂਤਾਂ ਨਜ਼ਰ ਆ ਰਹੀਆਂ ਨੇ। 100 ਦੇ ਵਿੱਚੋਂ ਬੜੀ ਮੁਸ਼ਕਲ 10 ਬੰਦੇ ਤੁਹਾਡੇ 'ਚ 15 ਬੰਦੇ ਚੱਜ ਦੇ ਹੋਣਗੇ ਜਿਹਨਾਂ ਦੀ ਜ਼ਹਿਨੀਅਤ ਸਾਫ਼ ਹੋਊਗੀ, ਨਹੀਂ ਤਾਂ ਸਾਰੇ ਦੇ ਸਾਰੇ ਤੁਸੀਂ ਮਤਲਬ ਹਰ ਪਾਸਿਓਂ ਕੋਈ ਨਾ ਕੋਈ ਕਾਣਾ ਆ। ਜਿਹੜੇ ਕਰੈਕਟਰਲੈਸ ਹੈਗੇ ਨੇ ਉਹ ਤਾਂ ਵਨ ਮੈਂ ਦੱਸ ਹੀ ਰਿਹਾ ਆ, ਪਰ ਫਿਰ ਵੀ ਉਹਨਾਂ ਨੂੰ ਉੱਥੇ ਰੱਖਿਆ ਆ ਸਾਂਭ ਕੇ, ਕਿਉਂਕਿ ਉਹ ਹੀਰੇ ਨੇ ਨਾ ਤੁਹਾਡੇ ਵਾਸਤੇ। ਉਹ ਸ਼ਾਇਦ ਤੁਹਾਨੂੰ ਵੀ ਮੁਹੱਈਆ ਕਰਵਾਉਂਦੇ ਹੋਣਗੇ ਚੀਜ਼ਾਂ। ਗੱਲਾਂ ਕਰਦੇ ਨੇ। ਸ਼੍ਰੋਮਣੀ ਕਮੇਟੀ ਸੰਗਤਾਂ ਦੀਆਂ ਸੱਚੀਆਂ ਸੁੱਚੀਆਂ ਭਾਵਨਾਵਾਂ ਲਈ ਪਾਰਦਰਸ਼ੀ ਅਤੇ ਜਵਾਬਦਾਰ ਹੈ। ਦਿਖਾਓ ਭਰਾ ਮਤਲਬ ਜਵਾਬਦਾਰੀ ਕਿੱਥੇ ਹੈ ਤੁਹਾਡੀ? ਪਾਰਦਰਸ਼ਿਤਾ ਦੀ ਗੱਲ ਕਰਦੇ ਹੋ, ਠੀਕ ਹੈ। ਇਹ ਤੁਹਾਡੇ ਹੀ ਰਘਵੀਰ ਜੀ ਜਿਹੜੀ ਤੁਸੀਂ ਪ੍ਰੈਸ ਕਾਨਫਰੰਸ ਕੱਲ ਕੀਤੀ, ਉਹਦੇ ਵਿੱਚ ਜਿਹੜੀਆਂ ਤੁਸੀਂ ਬਹੁਤ ਵੱਡੀਆਂ ਵੱਡੀਆਂ ਗੱਲਾਂ ਕੀਤੀਆਂ, ਉਹੀ ਪੁੱਛ ਰਿਹਾ ਹਾਂ। ਪਾਰਦਰਸ਼ਿਤਾ ਕਿੱਥੇ ਹੈ ਤੁਹਾਡੀ? ਮੈਨੂੰ ਇਹ ਦੱਸੋ ਕਿ ਮਤਲਬ ਤੁਸੀਂ ਆਡਿਟ ਕੀਤਾ, ਸੰਗਤ ਨੂੰ ਕਦੀ ਦੱਸਿਆ ਕਿੰਨਾ ਕਿੱਥੇ ਸੋਨਾ ਚੜਿਆ, ਕਿੰਨੀ ਕਿਹੜੀ ਗੁਰੂ ਘਰ ਦੀ ਗੋਲਕ ਆ, ਠੀਕ ਹੈ। ਆਲ ਓਵਰ ਪੰਜਾਬ ਦੇ ਜਿੰਨੇ ਗੁਰੂ ਘਰ ਜਾਂ ਜਿੰਨੇ ਗੁਰੂ ਘਰ SGPC ਦੇ ਅੰਡਰ ਆਉਂਦੇ ਆ, ਕਿਹੜੇ ਗੁਰੂ ਘਰ ਦੀ ਕਿੰਨੀ ਗੋਲਕ ਆ, ਅੱਜ ਤੱਕ ਦੱਸ ਦਿਓ। ਕੋਈ ਇੱਕ ਖਰੜਾ ਬਣਾ ਕੇ ਸਾਈਡ ਤੇ ਪਾਇਆ 1 ਸਾਲ ਦਾ ਵੀ? ਕਿਹੜੀ ਪਾਰਦਰਸ਼ਿਤਾ ਦੀ ਗੱਲ ਕਰ ਰਹੇ ਹੋ? ਸੋਨੇ ਦੇ ਲੈਂਪ ਦਰਬਾਰ ਸਾਹਿਬ ਚੜਾਏ ਸੀ, ਉਹ ਕਿੱਥੇ? ਮੈਂ ਪੁੱਛਦਾ ਰਹਿ ਗਿਆ। ਦਰਸ਼ਨੀ ਡਿਊਟੀ ਦੇ ਦਰਵਾਜ਼ੇ ਕਿੱਥੇ ਨੇ? ਉਹ ਮੈਂ ਪੁੱਛਦਾ ਰਹਿ ਗਿਆ। ਹਾਂ, ਮੈਨੂੰ ਸੱਚ ਪਤਾ ਲੱਗਿਆ ਦਰਸ਼ਨੀ ਡਿਊਟੀ ਦੇ ਦਰਵਾਜ਼ੇ ਹਾਥੀ ਦੰਦ ਤੇ ਸੰਗਤ ਜੀ ਕਹਿੰਦੇ ਨੇ ਮਿਲ ਨਹੀਂ ਰਿਹਾ ਸੀਗਾ, ਇਸ ਕਰਕੇ ਉਹ ਪੈਂਡਿੰਗ ਪਏ ਨੇ। ਪਰ ਪਹਿਲਾਂ ਤਾਂ ਹਾਥੀ ਦੰਦ ਲਾ ਕੇ ਹੀ ਦਿੱਤੇ ਸੀ, ਫਿਰ ਉਹ ਕੱਢੇ ਕਿੰਨੇ? ਉਹ ਵੀ ਦੱਸ ਦਿਓ। ਜੋ ਚੀਜ਼ਾਂ ਮੇਰੇ ਤੱਕ ਪਹੁੰਚ ਰਹੀਆਂ ਨੇ ਮੈਂ ਉਹੀ ਕਹਿ ਰਿਹਾ ਹਾਂ। ਸੋਮਨਾਥ ਵਾਲੇ ਦਰਵਾਜ਼ੇ ਹੁਣ ਘਪਲੇ ਤੁਸੀਂ ਆਪ ਕਰੋ,
ਠੀਕ ਹੈ। ਹਲੇ ਤਾਂ 7 ਕਿਲੋ ਸੋਨੇ ਤੇ ਵੀ ਆਣਾ ਮੈਂ, ਉਹ ਅਗਲੇ ਐਪੀਸੋਡ ਦੇ ਵਿੱਚ ਕਿਸੇ 'ਚ ਗੱਲ ਕਰਾਂਗਾ। ਸੰਗਤ ਜੀ, ਇੱਕ ਇਹਨਾਂ ਦੇ ਬੰਦੇ ਨੇ 7 ਕਿਲੋ ਸੋਨਾ ਵੇਚਿਆ ਸੀ, 7 ਕਿਲੋ ਸੋਨਾ ਗੁਰੂ ਘਰ ਦਾ। ਠੀਕ ਹੈ, ਇਹ ਕਹਿੰਦੇ ਨਾ ਅਸੀਂ ਚੋਰੀਆਂ ਨਹੀਂ ਕਰਦੇ, ਠੱਗੀਆਂ ਨਹੀਂ ਮਾਰਦੇ, ਡਾਕੇ ਨਹੀਂ ਮਾਰਦੇ। ਠੀਕ ਹੈ, ਇੱਕ ਇੱਕ ਚੀਜ਼ 7 ਕਿਲੋ ਸੋਨਾ ਇਹਨਾਂ ਦੇ ਬੰਦੇ ਨੇ ਵੇਚਿਆ, ਇਹਨਾਂ ਨੇ ਡਕਾਰ ਵੀ ਨਹੀਂ ਲਿੱਤਾ। ਹਾਂ, ਪੜਤਾਲੀਆ ਮਤਲਬ ਜਿਹੜੀ ਪੜਤਾਲ ਹੁੰਦੀ ਇਹਨਾਂ ਵੱਲੋਂ ਪੜਤਾਲ ਹੋਈ, ਫਲਾਈਂਗ ਵੀ ਗਈ, ਸਭ ਕੁਝ ਹੋਇਆ, ਪਰ ਉਸ ਤੋਂ ਬਾਅਦ ਮੈਂਬਰਾਂ ਨੇ, ਇਹਨਾਂ ਨੇ, ਸਕੱਤਰਾਂ ਨੇ ਮਿਲ ਕੇ ਹਜ਼ਮ ਕਰ ਲਿਆ। ਰਿਪੋਰਟ ਉਹ ਵੀ ਪੇਸ਼ ਕਰਾਂਗਾ ਮੈਂ, ਬਹੁਤ ਛੇਤੀ ਕਰਾਂਗਾ। ਹੱਲੇ ਪਹਿਲਾਂ ਸਾਡੇ ਨਵੇਂ ਲੱਗੇ ਸਤਿਕਾਰਯੋਗ ਲਿਫਾਫੇ 'ਚੋਂ ਨਿਕਲੇ ਜਥੇਦਾਰ ਉੱਤੇ ਆ ਜਾਂਦੀ ਆ। ਠੀਕ ਹੈ ਜੀ, ਉਸ ਤੋਂ ਬਾਅਦ ਗੱਲ ਕਰਦੇ ਹਾਂ। ਕੇਸਗੜ੍ਹ ਸਾਹਿਬ ਵਿਖੇ ਇਹਨਾਂ ਨੇ ਨਵਾਂ ਜਥੇਦਾਰ ਨਿਯੁਕਤ ਕੀਤਾ ਜੀ, ਮੈਨੇਜਰ ਗੁਰਦੀਪ ਸਿੰਘ ਕੰਗ। ਠੀਕ ਹੈ ਜੀ, ਹੁਣ ਮੈਂ ਇਹ ਦੱਸੋ ਵੀ ਸਟਾਫ ਮੀਟਿੰਗ ਦੇ ਵਿੱਚ ਇਹਨੂੰ ਇੰਟਰੋਡਿਊਸ ਕਰਨ ਦੀ ਲੋੜ ਕੀ ਸੀ? ਫਤਿਹਗੜ੍ਹ ਸਾਹਿਬ ਦੇ ਵਿੱਚ ਹੀ ਤਾਂ ਇਹ ਫਸੇ, ਮਤਲਬ ਉੱਥੇ ਤੁਹਾਨੂੰ ਦੱਸਿਆ ਵੀ ਇੱਕ ਗੈਂਗ ਆ ਬਹੁਤ ਵੱਡਾ, ਉਹ ਉਧਰੋਂ ਇੱਧਰ ਉੱਧਰ ਕਦੀ ਹੁੰਦੇ ਹੀ ਨਹੀਂ ਹੈਗੇ। ਹੁਣ ਰਘਵੀਰ ਸਿੰਘ ਜਾਂ ਮੁੰਡਾ ਅਗਰ ਦਰਬਾਰ ਸਾਹਿਬ ਕੰਮ ਕਰਦਾ ਹੈ ਤੇ ਆ ਜਿਹੜਾ ਮੈਨੇਜਰ ਇਹਨਾਂ ਨੇ ਰਘਵੀਰ ਸਿੰਘ ਕੰਗ, ਇਹਦੀ ਨੂੰਹ ਵੀ ਤੇ ਇਹਦਾ ਪੁੱਤ ਵੀ ਮਾਤਾ ਗੁਜਰੀ ਕਾਲਜ ਦੇ ਵਿੱਚ ਨਹੀਂ ਕੰਮ ਕਰਦੇ। ਠੀਕ ਹੈ, ਜਿਹੜੇ ਆਪ ਮਰਿਆਦਾ ਤੋਂ ਅਧੀਨ ਨੇ, ਜਿਹੜੇ ਆਪ ਕਦੀ ਮਰਿਆਦਾ ਦੇ ਵਿੱਚ ਨਹੀਂ ਰਹੇ, ਜਿਨ੍ਹਾਂ ਨੇ ਆਪ ਕਦੀ ਮਰਿਆਦਾ ਵੱਲ ਅੱਖ ਚੱਕ ਕੇ ਨਹੀਂ ਦੇਖਿਆ, ਜਿਹੜੇ ਆਪ 1925 ਐਕਟ ਦੀਆਂ ਧੱਜੀਆਂ ਉਡਾਉਂਦੇ ਆ ਰਹੇ, ਉਹਨੂੰ ਸਾਨੂੰ ਮਰਿਆਦਾ ਸਿਖਾਓਗੇ? ਤੁਸੀਂ ਸਾਨੂੰ ਦੱਸੋਗੇ ਮਰਿਆਦਾ ਕੀ ਆ? ਜੇ ਦੂਸਰਿਆਂ ਨੂੰ ਕੋਈ ਤੁਸੀਂ ਸਬਕ ਸਿਖਾਉਣਾ ਚਾਹੁੰਦੇ ਹੋ ਨਾ, ਜੇ ਦੂਸਰਿਆਂ ਨੂੰ ਤੁਸੀਂ ਕੋਈ ਚੀਜ਼ ਟੀਚ ਕਰਦੇ ਹੋ, ਪਹਿਲਾਂ ਤੁਹਾਨੂੰ ਉਹਦਾ ਆਪਣਾ ਗਿਆਨ ਪੂਰਾ ਹੋਣਾ ਚਾਹੀਦਾ ਹੈ। ਜਿਹੜੀਆਂ ਚੀਜ਼ਾਂ ਤੁਸੀਂ ਆਪ ਅਮਲੀ ਜਾਮਤ, ਜਿਹੜੀਆਂ ਚੀਜ਼ਾਂ ਨੂੰ ਨਹੀਂ ਪਵਾ ਸਕਦੇ ਨਾ ਆਪ ਖਰੇ, ਜਿਹੜੀਆਂ ਕਸੌਟੀਆਂ ਤੁਸੀਂ ਨਹੀਂ ਉਤਰਦੇ, ਤਾਂ ਦੂਜਿਆਂ ਨੂੰ ਸਲਾਹਾਂ ਦੇਣ ਦੀ ਲੋੜ ਨਹੀਂ ਹੁੰਦੀ ਵੀ ਆਹ ਕੰਮ ਐਵੇਂ ਕਰੋ ਜੀ, ਆਹ ਕੰਮ ਐਵੇਂ ਕਰੋ ਜੀ। ਇਸ ਕਰਕੇ ਕਹਿਣਾ ਹੁੰਦਾ ਆ, ਜੋ ਵੀ ਕਰਦੇ ਹੋ ਨਾ, ਉਹ ਪਹਿਲਾਂ ਅੰਦਰ ਆਪਣੀ ਪੀੜੀ ਥੱਲੇ ਸੁੱਟਾ ਮਾਰ ਲਿਆ ਕਰੋ, ਅਸੀਂ ਆਹ ਬੋਲਣ ਜੋਗੇ ਹੈਗੇ ਵੀ ਆ ਕਿ ਨਹੀਂ। ਦੋਨੋਂ ਹੀ ਤੁਸੀਂ ਇਸ ਲਾਇਕ ਨਹੀਂ ਹੈ ਕਿ 1925 ਐਕਟ ਨੂੰ ਕਿਸੇ ਸਾਹਮਣੇ ਪੇਸ਼ ਵੀ ਕਰ ਸਕੋ, ਕਿਉਂਕਿ ਦੋਨੋਂ ਹੀ ਕਰਪਟ ਹੋ। ਦੋਨਾਂ ਦੇ ਟੱਬਰ ਦੇ ਕਿੰਨੇ ਕਿੰਨੇ ਜੀ ਐਸਜੀਪੀਸੀ ਦੇ ਵਿੱਚ ਕੰਮ ਕਰ ਰਹੇ ਨੇ, ਤੁਸੀਂ ਆਪ ਤਾਂ ਧੱਜੀਆਂ ਉਡਾਈਆਂ ਨੇ। ਪਰ ਹਾਂ, ਸਾਡਾ ਆਪਣਾ ਕੁਨਵਾਨ, ਅਸੀਂ ਜੋ ਮਰਜ਼ੀ ਕਰੀਏ, ਸਾਨੂੰ ਕੌਣ ਰੋਕਣ ਵਾਲਾ? ਅੱਗੇ ਤੁਹਾਡੇ ਮੈਨੇਜਰ ਕਿਹੜੇ ਕਿਹੜੇ ਨੇ, ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਹੋਇਆ ਹੈ। ਆ ਮੈਨੇਜਰ ਜਿਹੜਾ ਤੁਹਾਡਾ ਸੀਗਾ ਬਲਵਿੰਦਰ ਸਿੰਘ ਭੁਮਾਰੀਆ, ਨੱਥਾ, ਅਮਰਜੀਤ, ਠੀਕ ਹੈ, ਅਕਾਊਂਟੈਂਟ ਮੈਨੇਜਰ ਗੁਰਦੀਪ ਸਿੰਘ ਕੰਗ, ਆਹੀ ਜਿਹਨੂੰ ਅੱਜ ਤੁਸੀਂ ਇੱਧਰ ਲਾਇਆ, ਉਸ ਤੋਂ ਬਾਅਦ ਗੁਰਾਂ, ਠੀਕ ਹੈ, ਰਣਜੀਤ, ਕਿੱਡੇ ਕਿੱਡੇ ਇਹ ਮਤਲਬ ਸਿਰੇ ਦੇ ਜਿਹਨਾਂ ਨੂੰ ਕਹਿ ਸਕਦੇ ਆ ਕਰਪਟ ਬੰਦੇ, ਇਹਨਾਂ ਵਿੱਚ ਅੱਧੇ ਬਲਾਤਕਾਰੀ, ਅੱਧੇ ਮਰਡਰਰ, ਉਹਨਾਂ ਨੂੰ ਤੁਸੀਂ ਸਾਂਭ ਕੇ ਬੈਠੇ ਹੋ ਆਪਣੇ ਕੋਲ। ਉਹਨਾਂ ਨੂੰ ਤੁਸੀਂ ਮਤਲਬ ਕੁਝ ਨਹੀਂ ਕਰਨਾ, ਇਧਰੋਂ ਉਧਰੋਂ ਇੱਧਰ ਬਸ ਬਦਲਾਅ ਕਰੀ ਜਾਓ। ਕਰਤੂਤਾਂ ਸਾਰੀਆਂ ਤੁਹਾਡੇ ਕੋਲ ਫਾਈਲਾਂ 'ਚ ਪਈਆਂ ਆ। ਇਸ ਕਰਕੇ ਮੈਂ ਸੰਗਤ ਜੀ ਕਹਿਣਾ ਆ, ਜਿਹਨਾਂ ਬੰਦਿਆਂ ਬਾਰੇ ਤੁਹਾਨੂੰ ਪਤਾ ਲੱਗ ਰਿਹਾ ਹੈ, ਮੈਂ ਭਗਵੰਤ ਮਾਨ ਸਰਕਾਰ ਨੂੰ ਵੀ ਵਾਰ-ਵਾਰ ਬੇਨਤੀ ਕਰ ਰਿਹਾ, ਜਿਹਨਾਂ ਬੰਦਿਆਂ ਨੇ ਮਤਲਬ ਅਜਿਹੇ ਗੁਨਾਹ ਕੀਤੇ ਨੇ ਵੀ ਔਰਤਾਂ ਤੱਕ ਗਾਇਬ ਕਰ ਦਿੱਤੀਆਂ, ਠੀਕ ਹੈ, ਮਰਡਰ ਕਰ ਦਿੱਤੇ, ਠੀਕ ਹੈ, ਅੱਜ ਜਿਹੜੀ ਕਹਾਣੀ ਦੱਸ ਰਿਹਾ ਹੈ ਉਸਨੇ ਮਤਲਬ ਤੁਸੀਂ ਸੁਣ ਕੇ ਤੁਹਾਡੇ ਪੈਰਾਂ ਥੱਲੋਂ ਜ਼ਮੀਨ ਨਿਕਲ ਜੂਗੀ ਕਿ ਇਹ ਗੁਰੂ ਘਰ ਦੇ ਮੈਨੇਜਰ ਨੇ, ਇਹ ਗੁਰੂ ਘਰ ਦੇ ਸੇਵਾਦਾਰ ਨੇ, ਅਜਿਹੀਆਂ ਕਰਤੂਤਾਂ ਕਰ ਸਕਦੇ ਨੇ। ਛੋਟਾ ਜਿਹਾ ਬੱਚਾ, ਸੰਗਤ ਜੀ, ਛੋਟਾ ਜਿਹਾ ਬੱਚਾ ਜਿਉਂਦਾ, ਸਿਰਫ ਔਰਤ ਪਿੱਛੇ ਜਿਉਂਦਾ ਨਹਿਰ 'ਚ ਸੁੱਟ ਕੇ ਮਾਰਤਾ। ਅੱਗੇ ਦੱਸ ਰਿਹਾ ਉਹ ਮੈਂ, ਪਰ ਪਹਿਲਾਂ ਇਹਨਾਂ ਦੀ ਤਸੱਲੀ ਕਰਵਾ ਦਈਏ ਵੀ ਇਹ ਜਿਹੜੇ ਕਹਿੰਦੇ ਨੇ ਕਿ 1925 ਐਕਟ ਜੀ ਗੁਰਦੁਆਰਾ ਐਕਟ ਦੇ ਵਿੱਚ ਇੰਟਰਫੇਅਰ ਨਹੀਂ ਕਰ ਸਕਦੇ, ਇਹ ਨਹੀਂ ਕਰ ਸਕਦੇ, ਉਹ ਨਹੀਂ ਕਰ ਸਕਦੇ। ਤੁਸੀਂ ਗੁਰਦੁਆਰਾ ਐਕਟ ਦੀ ਕਿੱਥੇ ਇੱਜ਼ਤ ਰੱਖੀ ਹੈ? 1920 ਦੇ ਵਿੱਚ ਜਿਹੜੀ ਸੰਸਥਾ ਖੂਨ ਡੁੱਲਣ ਤੇ ਬਣੀ ਸੀ, ਖੜੀ ਹੋਈ ਸੀ, ਤੁਸੀਂ ਉਹਦੀ ਗਰਿਮਾ, ਇੱਜ਼ਤ ਕਿੱਥੇ ਬਣਾ ਕੇ ਰੱਖੀ ਹੈ? ਤਾਰ ਤਾਂ ਤੁਸੀਂ ਆਪ ਕੀਤੀ ਹੈ ਉਹਦੀ ਇੱਜ਼ਤ, ਧੱਜੀਆਂ ਉਡਾਤੀਆਂ। ਮੱਸਾ ਰੰਗਣ ਨੇ ਤਾਂ ਗੁਰੂ ਘਰ ਦੇ ਵਿੱਚ ਖੁੱਲ੍ਹੇਆਮ ਕੰਜਰੀਆਂ ਨਚਾਈਆਂ ਸੀ ਤੇ ਜੱਸਾ ਸਿੰਘ, ਮਹਿਤਾਬ ਸਿੰਘ ਸਿਰ ਵੱਢ ਕੇ ਲੈ ਕੇ ਗਏ ਸੀ ਨੇਜੇ ਤੇ ਟੰਗ ਕੇ। ਤੁਸੀਂ ਤਾਂ ਬੰਦ ਕਮਰਿਆਂ 'ਚ ਕੰਜਰੀਆਂ ਨਚਾਣੀਆਂ ਗਿੱਝ ਗਏ ਹੋ, ਫਿਰ ਜਦੋਂ ਮੈਂ ਬੋਲਦਾ ਤਾਂ ਤੁਹਾਡੀ ਜਾਨ ਨਿਕਲਦੀ ਹੈ। ਜਿਹੜੀਆਂ ਚੀਜ਼ਾਂ ਦੀ ਤਾਕੀਦ ਕਰਦਾ ਹੈ, ਫਟਾਫਟ ਤੁਸੀਂ ਆਪਣੇ ਇਨਕੁਆਇਰੀ ਦਫ਼ਤਰ ਤੇ ਜਿੱਥੇ ਰਿਪੋਰਟਾਂ ਪਈਆਂ ਨੇ ਪੜਤਾਲੀਆਂ ਤੁਹਾਡੀਆਂ, ਉੱਥੇ ਫਿਰ ਬੰਦੇ ਜਿਹੜੇ ਅੰਦਰ ਜਾਂਦੇ ਨੇ ਬੜੀ ਛੇਤੀ ਉਹਨਾਂ ਦੇ ਸ਼ਹਿਰ ਤੱਕ ਚੈੱਕ ਕਰਨ ਦੇ ਵਿੱਚ ਆ ਜਾਂਦੇ ਹੋ। ਡਰ ਕਾਹਦਾ ਤੁਹਾਨੂੰ? ਜੇ ਸੱਚੇ ਹੋ, ਧਾਮੀ ਜੀ ਤੁਹਾਨੂੰ ਕਹਿ ਰਹੇ ਹਾਂ, ਜੇ ਸੱਚੇ ਹੋ ਸਾਹਮਣੇ ਆਏ ਗੱਲ ਕਰੋ, ਮੈਂ ਝੂਠਾ ਦੱਸੋ। ਸ਼ਰਮ ਦੀ ਹੱਦ ਹੁੰਦੀ ਹੈ, ਤੁਸੀਂ ਸਾਰੀਆਂ ਹੱਦਾਂ ਪਾਰ ਕਰਤੀਆਂ। ਹਰ ਕਿਸੇ ਨੇ ਸਾਰਾ ਦਾ ਸਾਰਾ ਕੁਨਬਾ, ਕੁਝ ਬੰਦਿਆਂ ਨੂੰ ਛੱਡ ਕੇ ਸਾਰਾ ਦਾ ਸਾਰਾ, ਧਾਮੀ ਸੁਣ ਲਓ, ਸਾਰਾ ਕੁਨਬਾ ਹਰਾਮੀ, ਕੁਝ ਬੰਦਿਆਂ ਨੂੰ ਛੱਡ ਕੇ ਸਾਰਾ ਕੁਨਬਾ ਬਲਾਤਕਾਰੀ, ਮਰਡਰਰ, ਠੀਕ ਹੈ, 307 ਦੇ ਪਰਚੇ ਜਿਹਨਾਂ ਤੇ ਚੱਲਦੇ ਨੇ, ਉਹ ਗੁਰੂ ਘਰ ਦੀਆਂ ਗੋਲਕਾਂ ਲੁੱਟਣ ਵਾਲੇ, ਗੁਰੂ ਘਰ 'ਚੋਂ ਸਰੇਆਮ ਚੋਰੀਆਂ ਕਰਨ ਵਾਲੇ, ਗੁਰੂ ਘਰ ਦੇ ਵਿੱਚ ਸ਼ਰਾਬਾਂ ਪੀਣ ਵਾਲੇ, ਮੀਟ ਮੁਰਗੇ ਖਾਣ ਵਾਲੇ, ਉਹ ਫਿਰ ਮਰਿਆਦਾ ਦੀਆਂ ਗੱਲਾਂ ਕਰਦੇ ਹੋ। ਸ਼ਰਮ ਥੋੜੀ ਜਿਹੀ ਕਰ ਲਿਆ ਕਰੋ।
ਦੂਜਿਆਂ ਨੂੰ ਕਹਿਣ ਤੋਂ ਪਹਿਲਾਂ ਆਪਣਾ ਆਪ ਸੁਧਾਰੋ ਪਹਿਲਾਂ। ਖੈਰ ਇਹ ਜਿਹੜੀਆਂ ਚੀਜ਼ਾਂ ਇਹਨਾਂ ਦੇ ਜਵਾਬ ਇਹਨਾਂ ਕੋਲ ਕਦੇ ਨਹੀਂ ਹੋਣੇ। ਅੱਗੇ ਆਉਂਦੇ ਆ ਜੀ, ਗੁਰਨੈਬ ਸਿੰਘ ਪਤਾਲਪੁਰੀ ਸਾਹਿਬ, ਠੀਕ ਹੈ ਜੀ, ਧਿਆਨ ਨਾਲ ਸੁਣਦੇ ਰਹੋ। ਇਹ ਜਿਹੜਾ ਨਾਮ ਹੈ ਬਹੁਤ ਇੰਪੋਰਟੈਂਟ ਨਾਮ ਹੈ, ਗੁਰਨੈਬ ਸਿੰਘ ਪਤਾਲਪੁਰੀ ਸਾਹਿਬ ਸੀਗਾ ਜੀ ਇਹ ਬੰਦਾ। ਸਭ ਤੋਂ ਪਹਿਲਾਂ ਦੇਗ ਦੀਆਂ ਪਰਚੀਆਂ, ਜਿਹੜੇ ਕਹਿੰਦੇ ਸੀ ਨਾ, ਕੱਲ ਪਰਸੋਂ ਮੈਨੂੰ ਬੜੀਆਂ ਕਾਲਸ ਆਈਆਂ ਸੀ, ਮੈਂ ਕਹਿੰਦਾ ਸੀ ਦੇਗ ਦੇ ਵਿੱਚ ਬੜੇ ਘਪਲੇ ਹੁੰਦੇ ਨੇ, ਪਰਚੀਆਂ ਹੀ 2-2 ਨੰਬਰ ਦੀਆਂ, ਮਤਲਬ ਇੱਕ ਪਰਚੀ ਅਗਰ ਜਿਹੜੇ ਵੀ ਨੰਬਰ ਤੋਂ ਸ਼ੁਰੂ ਹੈ ਉਹਦੇ 2-2 ਕਾਪੀਆਂ ਨੇ ਜੀ, ਡੁਪਲੀਕੇਟ ਪਰਚੀਆਂ ਬਣਦੀਆਂ ਨੇ, ਗੱਥੀਆਂ। ਹੁਣ ਧਾਮੀ ਸਾਹਿਬ ਪਤਾ ਕਰਵਾ ਲਿਓ ਕਿੱਥੋਂ ਪ੍ਰਿੰਟ ਹੁੰਦੀਆਂ ਨੇ, ਤੇ ਕਿਹੜਾ ਬੰਦਾ ਆਰਡਰ ਕਰਦਾ ਤੇ ਕਿਹੜਾ ਬੰਦਾ ਛਾਪਦਾ ਆ, ਤੇ ਇੱਕ ਨੰਬਰ ਦੀਆਂ ਸੇਮ ਨੰਬਰ ਦੀਆਂ 2-2 ਕਾਪੀਆਂ ਕਿੱਦਾਂ ਬਣਦੀਆਂ ਨੇ, ਠੀਕ ਹੈ, ਇਹ ਵੀ ਪਤਾ ਕਰ ਲਿਓ। ਬੰਦੇ ਬੜੀ ਛੇਤੀ ਭਜਾਨੇ ਹੋ ਨਾ, ਜਾ ਕੇ ਹੁਣੇ ਜਿੱਥੇ ਪਰਚੀਆਂ ਪਈਆਂ ਹੋਣਗੀਆਂ ਨਾ, ਨੱਥਾ ਲੱਗਿਆ ਆ, ਜਿਨ੍ਹਾਂ ਨੇ ਛਪਵਾ ਕੇ ਜਿਹੜੇ ਅੱਖਾਂ 'ਚ ਤੁਹਾਡੇ ਘੱਟਾ ਪਾਉਂਦੇ ਹੋਣ, ਤੇ ਜਾਣ ਤੋਂ ਪਹਿਲਾਂ ਨਾ ਜਾ ਕੇ ਚੈੱਕ ਕਰ ਲਓ ਚੰਗੀ ਤਰ੍ਹਾਂ, ਕਿਉਂਕਿ ਦਰਬਾਰ ਸਾਹਿਬ 'ਚ ਹਰ ਪਾਸੇ ਕੈਮਰੇ ਲੱਗੇ ਆ, ਪਰਚੀਆਂ ਜਿੱਥੇ ਪਈਆਂ ਹੋਣਗੀਆਂ ਉਹ ਵੀ ਪਤਾ ਹੋਊਗਾ। ਜਿਹੜਾ ਵੀ ਸਟੋਰ ਆ ਉੱਥੇ ਜਾ ਕੇ ਸਾਰਾ ਸਟੋਰ ਚੈੱਕ ਕਰੋ, ਸੇਮ ਨੰਬਰ ਦੀਆਂ ਪਰਚੀਆਂ ਦੇ ਤੁਹਾਨੂੰ ਕਿੰਨੇ ਥੱਬੇ ਲੱਭਦੇ ਆ। ਉਹ ਗੱਲ ਹੋਰ ਹੈ ਵੀ ਗੁਰੂ ਘਰ ਦੀ ਬਦਨਾਮੀ ਹੁੰਦੀ ਹੈ ਜੀ, ਇਸ ਡਰ ਤੋਂ ਅਸੀਂ ਗੱਲਾਂ ਅੰਦਰ ਹੀ ਦੱਬ ਕੇ ਰੱਖਣੀਆਂ। ਰੱਖੋ ਦੱਬ ਕੇ, ਮੈਨੂੰ ਫਰਕ ਨਹੀਂ ਪੈਂਦਾ, ਠੀਕ ਹੈ। ਪਰ ਜੇ ਦੀਵੇ ਥੱਲੇ ਹਨੇਰਾ ਆ ਤਾਂ ਜਾਓ, ਸਵੇਰਾ ਮੈਂ ਕਰਤਾ, ਲੱਭ ਸਕਦੇ ਹੋ ਕਰਪਸ਼ਨ, ਇਹ ਵਾਲੀ ਵੀ ਲੱਭ ਲਓ। ਇਹ ਬੰਦਾ ਜੀ ਪਹਿਲਾਂ ਤਾਂ ਪਰਚੀਆਂ ਦੇ ਵਿੱਚ ਘਪਲਾ ਕਰਦਾ ਹੋਇਆ, ਹੇਰਾਫੇਰੀ ਕਰਦਾ ਹੋਇਆ 2 ਵਾਰ ਫੜਿਆ ਗਿਆ, ਸਸਪੈਂਡ ਹੋਇਆ, ਫਿਰ ਉਹ ਚੜਾਵਾ ਦੇ ਕੇ ਬਹਾਲ ਹੋਇਆ। ਉਸ ਤੋਂ ਬਾਅਦ ਜੀ ਇੱਕ BBC ਚੰਨੀ, ਇਹ ਬੰਦਾ ਮੈਨੇਜਰ ਹੈ ਜਿਹਦੀ ਮੈਂ ਗੱਲ ਕਰ ਰਿਹਾ ਹਾਂ ਇਸ ਵੇਲੇ, ਠੀਕ ਹੈ ਜੀ, BBC ਚੰਨੀ, ਉਸ ਦੇ ਨਾਲ ਇਸਨੇ ਆਪਣਾ ਮੂੰਹ ਕਾਲਾ ਕੀਤਾ, ਠੀਕ ਹੈ। ਉਹ ਵਿਆਹੀ ਵਰੀ ਸੀਗੀ, ਬੱਚਾ ਵੀ ਸੀਗਾ ਉਹਦੇ ਕੋਲ ਇੱਕ, ਠੀਕ ਹੈ। ਉਸ ਤੇ ਮਤਲਬ ਵਿਆਹ ਤੋਂ ਬਾਅਦ ਮਤਲਬ ਇੱਕ ਬੱਚਾ ਉਹਦੇ ਕੋਲ ਸੀ। ਲਗਾਤਾਰ ਇਹ ਬੰਦਾ ਉਹਦੇ ਨਾਲ ਰਿਸ਼ਤੇ ਦੇ ਵਿੱਚ ਰਿਹਾ, ਮੂੰਹ ਕਾਲਾ ਲਗਾਤਾਰ ਕਰਦਾ ਰਿਹਾ, ਤੇ ਮਤਲਬ ਇੱਕ ਸਮਾਂ ਇਹ ਆਇਆ ਕਿ ਉਹ ਔਰਤ ਜ਼ਿੱਦ ਕਰਨ ਲੱਗ ਪਈ ਮੈਂ ਤੇਰੇ ਨਾਲ ਹੀ ਰਹਿਣਾ ਆ। ਹੁਣ ਜਿਹੜੀ ਔਰਤ ਲਗਾਤਾਰ ਇੰਨੇ ਸਾਰ ਮਤਲਬ ਜਿਹੜੇ ਮਰਜ਼ੀ ਤਰੀਕੇ ਨਾਲ, ਕਿਉਂਕਿ ਇਹਨਾਂ ਕੋਲ ਬੜੇ ਸਾਮਦਾਮ ਦੰਡ ਭੇਤ ਬੜੇ ਨੇ ਇਹਨਾਂ ਕੋਲ। ਹੁਣ ਮੈਨੂੰ ਤਾਂ ਐਂ ਲੱਗਦਾ ਵੀ ਕਹਿੰਦੇ ਨਾ ਜਾਦੂ ਟੋਣੇ ਕਰਨ ਵਾਲੇ, ਤੇ ਇਹ ਉਹਨਾਂ ਤੋਂ ਵੀ ਉੱਤੇ ਲੰਘੇ ਲੱਗਦੇ ਆ। ਪਤਾ ਨਹੀਂ ਵਿਚਾਰੇ ਕਿਹੜੀ ਮਜਬੂਰੀ ਦਾ ਫਾਇਦਾ ਚੱਕਦੇ ਨੇ, ਕੀ ਕਹਿੰਦੇ ਨੇ, ਕੀ ਸੰਘਾਉਂਦੇ ਨੇ, ਕੀ ਖਿਲਾਉਂਦੇ ਨੇ, ਕੀ ਪਿਲਾਉਂਦੇ ਨੇ, ਠੀਕ ਹੈ ਨਾ। ਵੀ ਇਹ ਔਰਤਾਂ ਨੂੰ ਮਤਲਬ ਬਹੁਤ ਵੱਡੇ ਪੱਧਰ ਦੇ ਉੱਤੇ ਇਹ ਮਿਸਯੂਜ਼ ਕਰਦੇ ਨੇ। ਮੈਂ ਸੀਰੀਅਸਲੀ ਕਹਾਂਗਾ, ਬਹੁਤ ਵੱਡੇ ਪੱਧਰ ਦੇ ਉੱਤੇ ਮਿਸਯੂਜ਼ ਕਰਦੇ ਨੇ। ਮਨੀਪੁਰ ਦੇ ਵਿੱਚ ਜੋ ਕੁਝ ਹੋਇਆ ਤੁਸੀਂ ਦੁਨੀਆ ਨੇ ਦੇਖਿਆ ਹੋ। ਲੱਖ ਲਾਹਣਤਾਂ ਅਜਿਹੇ ਲੋਕਾਂ ਦੇ ਉੱਤੇ ਜਿਹੜੇ ਇਨਸਾਨੀਅਤ ਦਾ ਇੱਦਾਂ ਘਾਣ ਕਰਦੇ ਨੇ। ਉੱਥੇ ਤਾਂ ਸਰੇਆਮ ਉਹ ਕੰਮ ਕੀਤਾ ਨਾ, ਇੱਥੇ ਵੀ ਕੁਝ ਉਦਾਂ ਦਾ ਹੀ ਘਾਣ ਹੋ ਰਿਹਾ, ਬਸ ਇੰਨਾ ਵੀ ਇੱਥੇ ਬੰਦ ਕਮਰਿਆਂ ਦੇ ਵਿੱਚ ਹੋ ਰਿਹਾ ਹੈ। ਹੁਣ ਅਗਰ ਸ਼ਰਮ ਆਂਦੀ ਹੈ, ਤੁਹਾਨੂੰ ਸਮਝ ਆਂਦੀ ਹੈ, ਇਹ ਚੀਜ਼ ਸਮਝ ਲਓ। ਨਹੀਂ ਆਂਦੀ ਸਮਝ ਤਾਂ ਹੱਲੇ ਵੀ ਤੁਸੀਂ ਵਾਟਰਪ੍ਰੂਫ ਬਣੇ ਰਹੋ, ਕਿਉਂਕਿ ਸਬੂਤ ਦੇ ਰਿਹਾ ਆ ਹਰ ਚੀਜ਼ ਦੇ, ਗਵਾਹ ਹੈਗੇ ਨੇ। ਗੁਰਾਂ ਨੇ ਜਿਹੜੀ ਔਰਤ ਗਾਇਬ ਕੀਤੀ, ਜਿਹੜੀ ਮਾਰੀ, ਉਹਦੇ ਵੀ ਗਵਾਹ ਆ ਗਏ ਆ। ਮੈਨੂੰ ਸਾਹਮਣੇ ਫੋਨ ਆ ਗਿਆ ਸੀ, ਉਸ ਬੱਚੇ ਦੀ ਉਸ ਵੇਲੇ ਕਿੰਨੀ ਉਮਰ ਸੀ ਉਹ ਵੀ ਮੇਰੇ ਕੋਲ ਸਾਰਾ ਕੁਝ ਆ ਗਿਆ ਆ, ਠੀਕ ਹੈ ਜੀ। ਹਾਂ, ਜਿਹੜਾ ਤੁਹਾਡੇ ਇਲੈਕਟ੍ਰੀਸ਼ੀਅਨ ਸੀਗਾ, ਉਹਦੀ ਜਿਹੜੀ ਪਤਨੀ ਸੀਗੀ, ਉਹਨੂੰ ਗੁਰਾਂ ਨੇ ਫਸਾ ਲਿਆ ਸੀ। ਉਸ ਤੋਂ ਬਾਅਦ ਉਹਨੇ ਇਲੈਕਟ੍ਰੀਸ਼ੀਅਨ ਮਰਵਾਇਆ, SGPs ਦਾ ਇੰਪਲੋਈ ਸੀਗਾ, ਠੀਕ ਹੈ। ਉਸ ਤੋਂ ਬਾਅਦ ਉਹ ਬਹੁਤ ਸੋਹਣੀ ਸੀਗੀ ਉਹਦੀ ਪਤਨੀ। ਉਸ ਤੋਂ ਬਾਅਦ ਉਹਦੀ ਪਤਨੀ ਨੂੰ ਕੀ ਕੀਤਾ, ਕਿੱਥੇ ਗਈ, ਕਿੱਥੇ ਵੇਚਤੀ, ਕਿੱਥੇ ਗਾਇਬ ਕੀਤੀ, ਮਾਰ ਕੇ ਦੱਬਤੀ, ਕੋਈ ਪਤਾ ਨਹੀਂ। ਬੱਚਾ ਉਹਦਾ ਬਹੁਤ ਸਮੇਂ ਤੱਕ ਅੰਮ੍ਰਿਤਸਰ ਦੀਆਂ ਸੜਕਾਂ ਤੇ ਧੱਕੇ ਖਾਂਦਾ ਰਿਹਾ, ਤੇ ਹੁਣ ਮੈਂ ਬੰਦੇ ਲਾਏ ਆ ਉਹਦੇ ਬੱਚੇ ਨੂੰ ਲੱਭਣ ਵਾਸਤੇ ਵੀ, ਠੀਕ ਹੈ ਜੀ। ਪਰ ਇਹ ਬੰਦੇ ਦੀਆਂ ਕਰਤੂਤਾਂ ਤੇ ਗੁਰਾਂ ਦੀਆਂ ਕਰਤੂਤਾਂ 'ਚ ਕੋਈ ਜ਼ਿਆਦਾ ਫਰਕ ਨਹੀਂ ਹੈਗਾ। ਆਓ ਅੱਗੇ ਤੁਹਾਨੂੰ ਦੱਸਦੇ ਹਾਂ। ਉਹ ਔਰਤ ਲਗਾਤਾਰ ਇਹਦੇ ਨਾਲ ਰਹਿਣ ਦੀ ਮਤਲਬ ਜ਼ਿੱਦ ਕਰਨ ਲੱਗ ਪਈ, ਤੇ ਉਸ ਤੋਂ ਬਾਅਦ ਇਸ ਬੰਦੇ ਨੇ ਉਸ ਔਰਤ ਨੂੰ ਸਬਕ ਸਿਖਾਉਣ ਵਾਸਤੇ, ਕਿਉਂਕਿ ਉਹ ਜ਼ਿੱਦ ਕਰ ਰਹੀ ਸੀ ਕਿ ਮੈਂ ਤੇਰੇ ਨਾਲ ਰਹਿਣਾ, ਉਹਨੂੰ ਧਮਕੀ ਦੇਣ ਵਾਸਤੇ ਜਾਂ ਜੋ ਵੀ ਉਦੋਂ ਦੇ ਸਰਕਮਸਟੈਂਸਸ ਹੋਣਗੇ, ਇਸ ਬੰਦੇ ਨੇ ਉਹਦਾ ਬੱਚਾ ਚੱਕ ਕੇ ਨਹਿਰ 'ਚ ਸੁੱਟ ਦਿੱਤਾ। ਬੱਚੇ ਨੂੰ ਨਹਿਰ 'ਚ ਸੁੱਟਿਆ ਜਦੋਂ, ਔਰਤ ਦੇ ਪੈਰਾਂ ਥੱਲੋਂ ਆਬਸ ਹੈ ਮਾਂ ਹੀ ਹੁੰਦੀ ਹੈ। ਉਹ ਹਰ ਚੀਜ਼, ਹਰ ਤੌਮਤ, ਹਰ ਦੁੱਖ ਆਪਣੇ ਪਿੰਡੇ ਤੇ ਹੰਢਾ ਸਕਦੀ ਹੈ, ਪਰ ਜਿਹੜਾ ਬੱਚਾ ਉਹਨੇ 9 ਮਹੀਨੇ ਆਪਣੀ ਕੁੱਖ 'ਚ ਰੱਖ ਕੇ ਜੰਮਿਆ ਹੈ ਨਾ, ਉਹਦੇ ਤੇ ਉਹ ਕਦੀ ਆਂਚ ਨਹੀਂ ਆਣ ਦਿੰਦੀ। ਉਸ ਤੋਂ ਬਾਅਦ ਇਸ ਭੈਣ ਨੇ ਚੀਕਾਂ ਮਾਰੀਆਂ, ਪ੍ਰਸ਼ਾਸਨ ਨੂੰ ਦੱਸਿਆ। ਇਸ ਉੱਤੇ ਗੁਰਨੇਬ ਸਿੰਘ ਦੇ ਉੱਤੇ 307 ਦਾ ਪਰਚਾ ਹੋਇਆ। ਫਿਰ ਇਸ ਨੇ ਜੋਗਿੰਦਰ ਸਿੰਘ ਮਹਿਤਾ ਅਤੇ ਅਮਰਜੀਤ ਸਿੰਘ ਚਾਵਲਾ ਨਾਲ ਮਿਲ ਕੇ 7-8 ਲੱਖ ਰੁਪਏ ਦਾ ਚੜਾਵਾ ਚੜਾ ਕੇ ਉਹ ਜਿਹੜਾ ਪਰਚਾ ਸੀਗਾ ਉਹ 'ਚੋਂ ਆਪਣਾ ਨਾਮ ਬਾਹਰ ਕਢਵਾਇਆ। ਇਸ ਮਾਮਲੇ ਦੇ ਵਿੱਚ SGPC ਵੱਲੋਂ ਇਸ ਦੀ ਪੜਤਾਲ ਵੀ ਹੋਈ ਸੀ, ਤੇ ਪੜਤਾਲ ਤੋਂ ਬਾਅਦ ਸ਼੍ਰੋਮਣੀ ਕਮੇਟੀ ਨੇ ਇਸ ਦੀ ਬਦਲੀ ਸੁਖਚੈਨਣਾ ਸਾਹਿਬ ਕਰ ਦਿੱਤੀ। ਹਾਂਜੀ, ਫਗਵਾੜੇ ਸੁਖਚੈਨਣਾ ਸਾਹਿਬ, ਜਿੱਥੇ 200 ਕੁਇੰਟਲ ਕਣਕ ਚੋਰੀ ਹੋਈ ਸੀ, 4.5 ਲੱਖ ਦਾ ਲੋਹਾ ਵੇਚਿਆ ਗਿਆ ਸੀ, ਉਹੀ ਇਹਦੀ ਬਦਲੀ ਫਿਰ ਉੱਥੇ ਕਰ ਦਿੱਤੀ। ਹੁਣ ਤੁਸੀਂ ਸਮਝ ਸਕਦੇ ਹੋ ਕਿ ਮਤਲਬ ਇੱਕ ਦਾ ਪੂਰਾ ਪਰਿਵਾਰ ਉਜਾੜਤਾ, ਉੱਤੇ 307 ਦਾ ਪਰਚਾ ਵੀ ਹੋ ਗਿਆ। ਹੁਣ ਜਿਹੜੇ ਮਹਿਤੇ ਚਾਵਲੇ ਹੈਗੇ ਨੇ ਉਹਨਾਂ ਦੇ ਨਾਲ ਮਿਲ ਕੇ ਚੜਾ ਕੇ ਇਹ ਬਚ ਵੀ ਗਿਆ। ਉਸ ਤੋਂ ਬਾਅਦ ਅੱਗੇ ਸੁਣਿਓ ਕੀ ਕੀਤਾ ਫਿਰ ਇਹਨੇ।
ਠੀਕ ਹੈ ਜੀ। ਉਸ ਤੋਂ ਬਾਅਦ ਜਿਹੜੀ ਉਹ ਔਰਤ ਸੀਗੀ ਉਹ ਫਿਰ ਵੀ ਉਹਨੇ ਜਦੋਂ ਇਹ ਸੁਖਚੈਨਣਾ ਸਾਹਿਬ ਆ ਗਿਆ, ਉਸ ਔਰਤ ਨੇ ਇਹਦਾ ਖਹਿੜਾ ਫਿਰ ਵੀ ਨਹੀਂ ਛੱਡਿਆ। ਉਹ ਔਰਤ ਲਗਾਤਾਰ ਇਹਦੇ ਕੋਲ ਆਂਦੀ ਰਹੀ ਤੇ ਇਹਨੂੰ ਕਹਿੰਦੀ ਰਹੀ ਕਿ ਮੈਂ ਤੇਰੇ ਨਾਲ ਹੀ ਰਹਿਣਾ ਆ। ਹੁਣ ਇਹਨੇ ਆਪਣਾ ਪਿੱਛਾ ਉਸ ਔਰਤ ਤੋਂ ਛੁਡਵਾਉਣਾ ਸੀ ਤਾਂ ਫਿਰ ਇਹ ਬਹਿਲਾ ਫੁਸਲਾ ਕੇ ਉਸ ਔਰਤ ਨੂੰ ਕਿਸੇ ਤਰੀਕੇ ਯੂਪੀ ਲੈ ਗਿਆ। ਜਦੋਂ ਇਹ ਬਹਿਲਾ ਫੁਸਲਾ ਕੇ ਯੂਪੀ ਲੈ ਗਿਆ ਤਾਂ ਹੁਣ ਤੁਸੀਂ ਸਮਝ ਸਕਦੇ ਹੋ ਫਿਰ ਉਸ ਔਰਤ ਨਾਲ ਕੀ ਹੋਇਆ ਹੋਊਗਾ। ਜੀ ਹਾਂ, ਬਿਲਕੁਲ ਉਹੀ ਜੋ ਅੰਬ ਸਾਹਿਬ ਉਹ SDM ਦੀ ਵਾਈਫ ਦੇ ਨਾਲ ਹੋਇਆ ਸੀ, ਉਹੀ ਜੋ ਗੁਰਾਂ ਨੇ ਉਸ ਔਰਤ ਦੇ ਨਾਲ ਕੀਤਾ ਤੇ ਉਦਾਂ ਹੀ ਇਸ ਔਰਤ ਦੇ ਨਾਲ ਵੀ ਕੀਤਾ ਗਿਆ। ਇਹ ਔਰਤ ਉੱਥੇ ਜਾ ਕੇ ਗਾਇਬ ਕਰ ਦਿੱਤੀ ਗਈ ਤੇ ਇਹ ਮਹਾਸ਼ੇ ਸਾਫ਼ ਸੁਥਰੇ ਆਪਣੇ ਆਪ ਉੱਥੋਂ ਵਾਪਸ ਆ ਗਏ। ਅੱਜ ਤੱਕ ਉਸ ਔਰਤ ਦਾ ਕੁਝ ਵੀ ਪਤਾ ਨਹੀਂ ਲੱਗਿਆ। ਜਿਸ ਔਰਤ ਦਾ ਪਹਿਲਾ ਬੱਚਾ ਨਹਿਰ 'ਚ ਸੁੱਟ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ, ਉਸ ਤੋਂ ਬਾਅਦ ਉਸ ਔਰਤ ਨੂੰ ਵੀ ਗਲੇ 'ਚੋਂ ਸੱਪ ਲਾਹਣ ਦੇ ਬਹਾਨੇ ਲੈ ਕੇ, ਮਤਲਬ ਸੱਪ ਲਾਹਣਾ ਹੀ ਸੀ ਗਲੇ 'ਚ, ਮਰਿਆ ਸੱਪ ਕੌਣ ਪਾ ਕੇ ਰੱਖਦਾ, ਯੂਪੀ ਲਿਜਾ ਕੇ ਉਹ ਸੱਪ ਵੀ ਉੱਥੇ ਜਾ ਕੇ ਉਤਾਰ ਦਿੱਤਾ ਗਿਆ। ਹੁਣ ਮੈਨੂੰ ਸੰਗਤ ਜੀ ਤੁਸੀਂ ਇਹ ਦੱਸੋ, ਇੱਦਾਂ ਦੇ ਬੰਦੇ ਅਜੇ ਵੀ ਮੈਨੇਜਰ ਬਣ ਕੇ ਗੁਰੂ ਘਰਾਂ 'ਚ ਬੈਠੇ ਆ ਤੇ ਇਹ ਚੀਜ਼ਾਂ ਤੁਹਾਨੂੰ ਕੀ ਲੱਗਦਾ ਕਿ ਧਾਮੀ ਨੂੰ ਪਤਾ ਨਹੀਂ ਹੋਣੀਆਂ? ਕੀ ਸਾਡੇ ਜਿਹੜੇ ਜਥੇਦਾਰ ਨੇ, ਸਾਬਕਾ ਜਥੇਦਾਰ ਨੇ ਗਿਆਨੀ ਹਰਪ੍ਰੀਤ ਸਿੰਘ ਨੂੰ, ਉਹਨਾਂ ਨੂੰ ਪਤਾ ਨਹੀਂ ਹੋਣਗੀਆਂ? ਜਾਂ ਰਘਵੀਰ ਸਿੰਘ ਨੂੰ ਪਤਾ ਨਹੀਂ ਹੋਣਗੀਆਂ? ਫਿਰ ਵੀ ਉਹਨਾਂ ਨੂੰ ਪ੍ਰਮੋਸ਼ਨਾਂ ਦੇਈ ਜਾਂਦੇ ਨੇ, ਫਿਰ ਵੀ ਉਹਨਾਂ ਨੂੰ ਤਰੱਕੀਆਂ ਦੇਈ ਜਾਂਦੇ ਨੇ, ਫਿਰ ਵੀ ਉਹ ਗੁਰੂ ਘਰਾਂ ਦੇ ਵਿੱਚ ਹੀ ਕਾਬਜ਼ ਹੋ ਕੇ ਬੈਠੇ ਨੇ। ਕਿਸੇ ਨੂੰ ਕੋਈ ਮਤਲਬ ਨਹੀਂ ਹੈਗਾ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ। ਹੁਣ ਤੁਸੀਂ ਅਗਰ ਮੈਂ ਜੋ ਚੀਜ਼ਾਂ ਕਹਿਣਾ ਆ ਵੀ ਤੁਸੀਂ ਗੁੰਡੇ, ਬਦਮਾਸ਼, ਬਲਾਤਕਾਰੀ, ਕਾਤਲ ਭਰੇ ਹੋਏ ਨੇ ਤਾਂ ਗਲਤ ਆ। ਤੁਸੀਂ ਦੱਸੋ, ਜਵਾਬ ਹੈ। ਇਸ ਬੰਦੇ ਦੀ ਵੀ ਰਿਪੋਰਟ ਹੋਈ ਪਈ ਹੈ ਧਾਮੀ ਸਾਹਿਬ, ਇਹਦੀ ਫਾਈਲ ਦੇ ਨਾਲ ਨੱਥੀ ਹੈ। ਨਹੀਂ ਯਕੀਨ ਹੁੰਦਾ ਚੈੱਕ ਕਰ ਲਿਓ ਜਾ ਕੇ। ਥਾਣਾ ਚਾਹੀਦਾ ਉਹ ਵੀ ਦੱਸ ਦੇਣਾ ਕਿਹੜੇ ਥਾਣੇ ਦੇ ਵਿੱਚ ਕੰਪਲੇਂਟ ਹੋਈ ਸੀ ਇਹਦੀ, ਠੀਕ ਹੈ। ਜੇ ਸ਼ੱਕ ਹੋਵੇ ਨਾ ਧਾਮੀ ਸਾਹਿਬ ਤਾਂ ਜਾ ਕੇ ਨੂਰਪੁਰ ਥਾਣੇ ਦੇ ਵਿੱਚ ਜਾ ਕੇ ਇਹਦੀ FIR ਕਢਵਾ ਲਿਓ ਕਿਉਂਕਿ ਇਸ ਦੇ ਉੱਤੇ FIR ਹੋਈ ਸੀ, ਠੀਕ ਹੈ ਨਾ। ਬਾਅਦ ਦੇ ਵਿੱਚ ਇਹਨੇ ਜਿਹਦਾ ਮਰਜ਼ੀ, ਠੀਕ ਹੈ, ਮੈਂ ਤੈਨੂੰ ਚਾਵਲੇ ਨੂੰ ਰਿਸ਼ਵਤ ਦੇ ਕੇ ਜਾਂ ਪੈਸੇ ਚੜਾ ਕੇ, ਠੀਕ ਹੈ, ਆਪਣਾ ਨਾਮ ਕਢਾਇਆ ਹੋਇਆ, ਪਰ FIR ਹੋਈ ਹੈ ਤੇ ਤੁਹਾਨੂੰ ਪਤਾ ਜਿਹੜੀ FIR ਹੋਈ ਹੋਵੇ ਨਾ ਉਹ ਐ ਨਹੀਂ ਗਾਇਬ ਹੁੰਦੀ। ਨੂਰਪੁਰ ਥਾਣੇ ਦੇ ਵਿੱਚ ਹੋਈ ਸੀ, ਜਾਏ ਕਢਵਾ ਲਿਓ। ਹੁਣ ਸੰਗਤ ਜੀ ਤੁਸੀਂ ਮੈਨੂੰ ਆਪ ਦੱਸੋ ਕਿ ਜਿੱਦਾਂ ਅੰਬ ਸਾਹਿਬ ਜੋਗਾ ਸਿੰਘ ਕਟਾਣਾ SDM ਦੀ ਘਰਵਾਲੀ ਨੂੰ ਫਸਾ ਕੇ 1.5 ਕਰੋੜ ਰੁਪਇਆ ਉਸ ਤੋਂ ਲੁੱਟਿਆ, ਉਸ ਨੂੰ ਮਰਵਾ ਦਿੱਤਾ, ਠੀਕ ਹੈ। ਉਸ ਤੋਂ ਮੱਕੜ ਨੇ ਤੇ ਕਰਨੈਲ ਸਿੰਘ ਪੰਜੋਲੀ ਨੇ ਉਸ ਨੂੰ ਬਚਾਇਆ, ਠੀਕ ਹੈ। ਉਸ ਤੋਂ ਬਾਅਦ ਹੁਣ ਮਹਿਤੇ ਚਾਵਲੇ ਨੇ ਇਹਨੂੰ ਬਚਾ ਲਿਆ। ਹੁਣ ਪੰਥ ਕਿਤੇ ਭਰੋਸਾ ਕਰੇ? ਤੁਸੀਂ ਮੈਨੂੰ ਆਪ ਦੱਸੋ। ਅਜਿਹੀਆਂ ਕਰਤੂਤਾਂ ਜਦ ਸਾਡੇ ਸਾਹਮਣੇ ਆਉਂਦੀਆਂ ਨੇ, ਠੀਕ ਹੈ, ਇਹ ਮਤਲਬ ਕਿੰਨਾ ਵੱਡਾ ਕ੍ਰਾਈਮ ਹੈ ਤੇ ਐਡੇ ਕ੍ਰਿਮੀਨਲ ਇਹਨਾਂ ਨੇ ਭਰਤੀ ਕਰਕੇ ਰੱਖੇ ਹੋਏ ਨੇ। ਤੇ ਅਜਿਹੇ ਕ੍ਰਿਮੀਨਲਾਂ ਨੂੰ ਜਿਹੜੇ ਬੰਦੇ ਮਤਲਬ ਬੇਲ ਦਿੰਦੇ ਨੇ ਨਾ, ਉਹ ਵੀ ਤੁਹਾਨੂੰ ਦੱਸਾਂਗਾ ਕਿ ਇਹ ਜਿਹੇ ਕ੍ਰਿਮੀਨਲ ਕਿੱਦਾਂ ਉੱਥੇ ਬੈਠੇ ਹੋਏ ਨੇ, ਕਿਉਂ ਬੈਠੇ ਨੇ। ਮਤਲਬ ਇਹ ਸਾਰਾ ਕੁਨਬਾ ਹੀ ਉਹਨਾਂ ਦਾ ਹੀ ਆ ਵੀ ਅਸੀਂ ਮਤਲਬ ਇਹਨਾਂ ਨੂੰ ਗੁੰਡੇ ਚਾਹੀਦੇ ਨੇ ਗੋਲਕਾ ਪ੍ਰੋਟੈਕਟ ਕਰਨ ਵਾਸਤੇ, ਇਹਨਾਂ ਨੂੰ ਗੁੰਡੇ ਚਾਹੀਦੇ ਨੇ ਗੋਲਕਾ ਗਿਣਨ ਵਾਸਤੇ, ਇਹਨਾਂ ਨੂੰ ਗੁੰਡੇ ਚਾਹੀਦੇ ਨੇ ਪੈਸਾ ਇੱਕ ਥਾਂ ਤੋਂ ਦੂਜੀ ਥਾਂ ਪਹੁੰਚਾਉਣ ਵਾਸਤੇ। ਫਿਰ ਚਾਹੇ ਇਹ ਜਿੰਨਾ ਮਰਜ਼ੀ ਰੌਲਾ ਪਾਉਂਦੇ ਨੇ ਕਿ ਨਹੀਂ ਜੀ ਅਸੀਂ ਗੁੰਡੇ ਨਹੀਂ ਹੈਗੇ ਜੀ, ਅਸੀਂ ਤਾਂ ਬਹੁਤ ਸ਼ਰੀਫ ਹਾਂ, ਅਸੀਂ ਤਾਂ ਪੰਥਕ ਹਾਂ ਜੀ, ਅਸੀਂ ਪੰਥਕ ਆ। ਆਹ ਕਰਤੂਤਾਂ ਨੇ ਸਾਡੇ ਪੰਥਕਾਂ ਦੀਆਂ, ਠੀਕ ਹੈ ਜੀ। ਧਾਮੀ ਸਾਹਿਬ ਦੀ ਵੀ ਕਰਤੂਤ ਬਹੁਤ ਛੇਤੀ ਦੱਸਾਂਗਾ। ਜ਼ਮੀਨਾਂ ਆਪ ਸਾਈਨ ਕਰ ਕਰਕੇ ਕਿੱਥੇ ਕਿਹਨੂੰ ਵੇਚੀਆਂ ਨੇ, ਡਾਕੂਮੈਂਟਸ ਮੇਰੇ ਕੋਲ ਪੂਰੇ ਪਹੁੰਚਣ ਤੋਂ ਬਸ ਸਮਾਂ ਲੱਗ ਰਿਹਾ ਹੈ ਥੋੜਾ ਜਿਹਾ, ਬਹੁਤ ਛੇਤੀ ਉੱਥੇ ਵੀ ਆਊਂਗਾ। ਹੁਣ ਗੱਲ ਕਰਦੇ ਹਾਂ ਜੀ ਗੁਰਨਾਮ ਸਿੰਘ, ਹਾਂਜੀ ਜੀ, ਉਹੀ ਅਮਲਾ ਇੰਚਾਰਜ ਜਿਹਨਾਂ ਨੇ ਮੇਰੇ ਵਾਸਤੇ ਬੜੇ ਪਿਆਰ ਨਾਲ ਸਤਿਕਾਰ ਨਾਲ ਪੱਤਰਕਾਰ ਸਾਹਿਬ ਕਰਕੇ ਇੰਟਰਵਿਊ ਦਿੱਤੀ ਸੀਗੀ। ਉਹਨਾਂ ਦੇ ਨਾਲ ਗੱਲ ਕਰਦੀ ਆ ਜੀ। ਇੱਕ ਤਾਂ ਉਹਨਾਂ ਨੇ ਜਿਹੜਾ LA ਲਵਾਇਆ ਸੀ ਪ੍ਰਿਤਪਾਲ, ਠੀਕ ਹੈ ਜੀ, ਬਿਨਾਂ ਲਾਇਸੈਂਸ ਵਾਲਾ LA ਜੀ ਪ੍ਰਿਤਪਾਲ, ਠੀਕ ਹੈ। ਵਕੀਲ ਇਹਨਾਂ ਨੇ ਜਿਹੜਾ ਰੱਖਿਆ ਸੀਗਾ ਉਹ ਆਲਰੇਡੀ ਮੈਂ ਦੱਸਿਆ ਹੋਇਆ ਕਿ ਫਰੀਦਕੋਟ ਅਦਾਲਤ ਦੇ ਵਿੱਚ ਉੱਥੇ 420 ਦਾ ਪਰਚਾ ਸੀ, ਠੀਕ ਹੈ ਨਾ। ਤੇ ਇਸ ਦੀ ਵਕਾਲਤ ਦੇ ਉੱਤੇ ਪਾਬੰਦੀ ਲੱਗੀ ਹੋਣ ਦੇ ਬਾਵਜੂਦ ਵੀ ਇਸ ਨੂੰ ਉੱਥੇ ਰੱਖਿਆ ਗਿਆ। ਹੁਣ ਤੁਹਾਨੂੰ ਦੱਸਦੇ ਹਾਂ ਕਿ ਇਹਨਾਂ ਦੋਨਾਂ ਦਾ, ਅਮਲਾ ਇੰਚਾਰਜ ਗੁਰਨਾਮ ਸਿੰਘ ਦਾ ਅਤੇ LA ਜਿਹੜਾ ਪ੍ਰਿਤਪਾਲ ਸਿੰਘ ਹੈਗਾ, ਇਹਨਾਂ ਦਾ ਅਸਲ ਉੱਥੇ ਧੰਦਾ ਕੀ ਹੈ। ਤੁਸੀਂ ਮਤਲਬ ਸੁਣ ਕੇ ਹੈਰਾਨ ਰਹਿ ਜਾਓਗੇ। ਉੱਥੇ SGPC ਵਿੱਚ ਜਿਸ ਨੂੰ ਵੀ ਬਹਾਲ ਕਰਨਾ ਆ ਜਾਂ ਜਿਹਦਾ ਵੀ ਤਬਾਦਲਾ ਕਰਨਾ ਆ, ਠੀਕ ਹੈ ਜੀ, ਉਹ ਕਿਤੇ ਨਾ ਕਿਤੇ ਮਤਲਬ ਮੁੜ ਤੋੜ ਕੇ ਇਹਨਾਂ ਦੋਨਾਂ ਦੇ ਹੱਥ ਦੇ ਵਿੱਚ ਹੀ ਹੈ। ਇਹ ਪੈਸੇ ਖਾਦੇ ਬਿਨਾ ਕਿਸੇ ਦਾ ਵੀ ਤਬਾਦਲਾ ਨਹੀਂ ਕਰਦੇ। ਗੁਰਨਾਮ ਸਿੰਘ ਜਿਹੜਾ ਹੈਗਾ ਹੈ ਜੀ, ਉਹ ਬਦਲੀਆਂ ਕਰਦਾ, ਜਿਹੜੇ ਛੋਟੇ ਮੈਨੇਜਰ ਵਗੈਰਾ ਹੋ ਗਏ, ਠੀਕ ਹੈ, ਸੁਪਰਵਾਈਜ਼ਰ ਹੋ ਗਏ, ਕਲਰਕ ਹੋ ਗਏ, ਉਹਨਾਂ ਦੀਆਂ ਬਦਲੀਆਂ ਜਿਹੜੀਆਂ ਹੈਗੀਆਂ ਨੇ ਸਾਰੀਆਂ ਗੁਰਨਾਮ ਸਿੰਘ ਦੇ ਹੱਥ 'ਚ ਨੇ। ਧਾਮੀ ਸਾਹਿਬ ਧਿਆਨ ਦਿਓ, ਕਿਤੇ ਗਲਤ ਹੋਊਗਾ ਤਾਂ ਦੱਸ ਦਿਓ। ਵਿੱਚ ਤੁਹਾਨੂੰ ਜਗਾਉਣਾ ਵੀ ਜ਼ਰੂਰੀ ਹੁੰਦਾ ਨਾ। ਮੈਨੂੰ ਪਤਾ ਨਹੀਂ ਕਿਉਂ ਐਵੇਂ ਲੱਗਦਾ ਜਿੱਦਾਂ ਦੀਵੇ ਥੱਲੇ ਹਨੇਰਾ। ਵੈਸੇ ਤਾਂ ਬੜੇ ਜਾਣੇ ਥੱਲੇ ਕਮੈਂਟ ਕਰਦੇ ਰਹਿੰਦੇ ਨੇ ਕਿ ਵਕੀਲ ਤਾਂ ਝੂਠ ਹੀ ਬੋਲਦੇ ਆ, ਬਹੁਤ ਘੱਟ ਹੋਣਗੇ ਜਿਹਨਾਂ ਦੇ ਜ਼ਮੀਰ ਜਾਗਦੇ ਹੋਣਗੇ। ਤੇ ਹੁਣ ਤੁਹਾਡੇ ਤੋਂ ਇੰਨੇ ਸਵਾਲ ਕਰ ਲਏ ਤੁਸੀਂ, ਉਹ ਪਿੱਛੇ SGPC ਦੇ ਭਾਜੜਾ ਪਾਈ ਜਾਂਦੇ ਹੋ, ਸੈਣੀ ਨੂੰ ਇਨਫੋਰਮੇਸ਼ਨ ਕੌਣ ਦਿੰਦਾ, ਸੈਣੀ ਨੂੰ ਇਨਫੋਰਮੇਸ਼ਨ ਕੌਣ ਦਿੰਦਾ, ਇਹਦੇ ਵੀ ਤਲਾਸ਼ੀ ਕਰੋ, ਉਹਦੀ ਵੀ ਤਲਾਸ਼ੀ ਕਰੋ, ਨੰਬਰ ਚੈੱਕ ਕਰੋ, ਡਿਟੇਲਾਂ ਕਢਵਾਓ। ਇੰਨੀ ਟੈਨਸ਼ਨ ਲੈਣ ਦੀ ਲੋੜ ਨਹੀਂ, ਤੁਸੀਂ ਮੇਰੇ ਕੋਲ ਆਓ, ਸਾਹਮਣੇ ਬੈਠ ਜਾਓ, ਤੁਹਾਨੂੰ ਸਾਰੀਆਂ ਡਿਟੇਲਾਂ ਪ੍ਰੋਵਾਈਡ ਕਰਵਾ ਦਾਂਗੇ, ਠੀਕ ਹੈ ਜੀ।
SGPC ਦੇ ਅੰਦਰ ਦੀਆਂ ਜਿਹੜੀਆਂ ਡਿਟੇਲਾਂ ਜੇ ਤੁਹਾਡੇ ਅੰਦਰ ਤਾਜਪੋਸ਼ੀ ਕਰਦਿਆਂ ਦੀਆਂ ਕਮਰੇ ਦੇ ਅੰਦਰ ਦੀਆਂ ਫੋਟੋਆਂ ਮੇਰੇ ਕੋਲ ਪਹੁੰਚ ਸਕਦੀਆਂ ਨੇ ਨਾ, ਤਾਂ ਫਿਰ SGPC ਦੇ ਤੁਹਾਡੇ ਰਿਕਾਰਡ ਰੂਮ ਦੀਆਂ ਵੀ ਫੋਟੋਆਂ ਮੇਰੇ ਕੋਲ ਪਹੁੰਚ ਜਾਣਗੀਆਂ, ਫਾਈਲਾਂ ਹੀ ਪਹੁੰਚ ਜਾਣਗੀਆਂ। ਕੈਮਰੇ ਉੱਧਰ ਚੰਗੀ ਤਰ੍ਹਾਂ ਫਿਕਸ ਕਰਕੇ ਰੱਖ ਲਿਓ, ਰਿਕਾਰਡ ਰੂਮ ਦੇ ਚੈੱਕ ਕਰ ਲਿਓ, ਠੀਕ ਹੈ ਜੀ। ਹੁਣ ਇਹ ਜਿਹੜਾ ਮੈਨੇਜਰ ਵਗੈਰਾ ਦੀ ਤੁਹਾਨੂੰ ਦੱਸਿਆ ਇਹ ਕਰਦੇ ਨੇ, ਇਹ ਜਿਹੜਾ ਬੰਦਾ ਹੈਗਾ ਆ ਗੁਰਨਾਮ ਸਿੰਘ, ਇਹ 10 ਤੋਂ 20,000 ਰੁਪਏ ਲਿੱਤੇ ਬਿਨਾ ਸਟਾਫ ਵਿੱਚੋਂ ਕਿਸੇ ਦੀ ਵੀ ਬਦਲੀ ਨਹੀਂ ਕਰਦਾ, ਠੀਕ ਹੈ ਜੀ। ਗੁਰਨਾਮ ਸਿੰਘ ਦੇ ਹੀ ਪਿੰਡ ਦਾ ਇੱਕ ਕਲਰਕ ਸੀਗਾ ਜੀ ਮਿਲਖਾ ਸਿੰਘ, ਇਸ ਦਾ ਪਿੰਡ ਜਿਹੜਾ ਹੈਗਾ ਆ ਉਹ ਬਾਬਾ ਬੁੱਢਾ ਸਾਹਿਬ ਦੇ ਨੇੜੇ, ਠੀਕ ਹੈ ਜੀ। ਮਿਲਖਾ ਸਿੰਘ ਗੁਰੂ ਕੇ ਬਾਗ ਅਜਨਾਲੇ ਸਰਾਂ ਦੇ ਵਿੱਚ ਕਮਰੇ ਦੇ ਵਿੱਚ ਆਪਣੀ ਸਾਲੇ ਹਾਰ ਦੇ ਨਾਲ ਮੂੰਹ ਕਾਲਾ ਕਰਦਾ ਹੋਇਆ ਫੜਿਆ ਗਿਆ ਸੀ। ਫਿਰ SGPC ਨੇ ਉਸ ਨੂੰ ਕਿਸੇ ਤਰ੍ਹਾਂ ਮਤਲਬ ਬਚਾ ਕੇ ਉੱਥੋਂ ਬਚਾਉਣ ਦੇ ਚੱਕਰ ਦੇ ਵਿੱਚ ਬਦਲੀ ਕਰਕੇ ਕਿਤੇ ਹੋਰ ਭੇਜ ਦਿੱਤਾ। ਹੁਣ ਮੁੜ ਉਸ ਨੂੰ ਮਤਲਬ ਗੁਰਨਾਮ ਸਿੰਘ ਨੇ ਬੀੜ ਬਾਬਾ ਬੁੱਢਾ ਸਾਹਿਬ ਮੀਤ ਮੈਨੇਜਰ ਲਗਵਾ ਦਿੱਤਾ। 6 ਮਹੀਨੇ ਪਹਿਲਾਂ ਹੋਇਆ ਵੀ ਮਤਲਬ ਉੱਥੇ ਜਦੋਂ ਗੁਰਾ ਪਹੁੰਚ ਗਿਆ ਤਾਂ ਇਹਨੂੰ ਜਦੋਂ ਪਤਾ ਲੱਗਿਆ ਵੀ ਹੁਣ ਮਤਲਬ ਓਬਵੀਅਸ ਹੈ ਗੁਰਾ ਉੱਥੇ ਉਹ ਪਹਿਲਾ ਸਿਰੇ ਦਾ ਗੰਦ ਹੈ, ਇਹ ਵੀ ਸਿਰੇ ਦਾ ਗੰਦ, ਠੀਕ ਹੈ ਨਾ। ਜਿਹਨੇ ਆਪਣੇ ਸਾਲੇ ਹਾਰ ਨਹੀਂ ਛੱਡੀ ਤਾਂ ਉਹਨੂੰ ਹੋਰ ਕੀ ਛੱਡੂਗਾ, ਠੀਕ ਹੈ। ਤੇ ਫਿਰ ਜਦੋਂ ਉਹਨੂੰ ਮਤਲਬ ਜਦੋਂ ਹੁਣ 2 ਗੰਦ ਇੱਕ ਥਾਂ ਤੇ ਰਹਿਣਗੇ ਤਾਂ ਫਿਰ ਗੰਦ ਬਹੁਤ ਵਧੂਗਾ, ਦੁਨੀਆ ਨੂੰ ਪਤਾ ਲੱਗ ਜੂਗਾ, ਇਸ ਕਰਕੇ ਇੱਕ ਗੰਦ ਕੱਢਣਾ ਜ਼ਰੂਰੀ ਸੀਗਾ। ਤਾਂ ਫਿਰ ਇਹਨੇ ਕੀ ਕੀਤਾ ਵੀ ਮਿਲਖਾ ਸਿੰਘ ਜਿਹੜਾ ਸੀਗਾ ਉਹਨੂੰ ਸਹਾਇਕ ਇੰਚਾਰਜ ਸੁਪਰਡੈਂਟੈਂਟ ਜੋ ਵੀ ਹੈਗਾ ਸਹਾਇਕ ਸੁਪਰਵਾਈਜ਼ਰ, ਠੀਕ ਹੈ, ਤੇ ਸ਼੍ਰੋਮਣੀ ਕਮੇਟੀ ਦੇ ਵਿੱਚ ਹੀ ਲਗਵਾ ਦਿੱਤਾ। ਗੁਰਨਾਮ ਸਿੰਘ ਜਿਹੜਾ ਹੈਗਾ ਆ ਉਹ ਆਪਣੇ ਪਿੰਡ ਦੇ ਬੰਦੇ ਦੇ ਨਾਲ ਇੰਨਾ ਕੀ ਪਿਆਰ ਦਿਖਾਉਂਦਾ ਵੀ ਉਹਦੀਆਂ ਕਰਤੂਤਾਂ ਸਾਰੀਆਂ ਢੱਕ ਗਿਆ। ਪਰ ਗੁਰਨਾਮ ਜੀ ਇਹ ਤਾਂ ਦੱਸੋ ਚੜਾਵਾ ਕਿੰਨਾ ਲਿੱਤਾ, ਨੋਟ ਕਿੰਨੇ ਕੀ ਖਾਦੇ ਉਹ ਦੱਸੋ ਮੈਨੂੰ, ਠੀਕ ਹੈ, ਦੱਸ ਦਿਓ, ਪਰਸਨਲ ਫੋਨ ਕਰਕੇ ਮੈਨੂੰ ਦੱਸ ਦਿਓ। ਨੰਬਰ ਦੱਸਾਂ, ਯਾਦ ਹੋਊਗਾ ਵੈਸੇ ਤਾਂ ਸਾਰੀ ਸ਼੍ਰੋਮਣੀ ਕਮੇਟੀ ਨੂੰ ਮੇਰਾ ਨੰਬਰ ਯਾਦ ਹੋ ਗਿਆ, ਠੀਕ ਹੈ। ਉਸ ਤੋਂ ਬਾਅਦ ਆ ਜਾਓ ਜੀ LA ਜਿਹੜਾ ਇਹਨਾਂ ਦਾ ਪ੍ਰਿਤਪਾਲ ਹੈ। LA ਦਾ ਕੰਮ ਕੀ ਹੈ, ਜਿਹੜੇ ਵੀ ਬੰਦੇ ਉਹਨਾਂ ਨੇ ਮਤਲਬ ਜਿੱਦਾਂ ਸਸਪੈਂਡ ਹੋ ਗਏ ਬੰਦੇ ਜਾਂ ਕੋਈ ਹੋਰ ਕਰਤੂਤਾਂ ਹੋ ਗਈਆਂ, ਕੋਈ ਮਤਲਬ ਜਿਹਨਾਂ ਦੀਆਂ ਕਰਤੂਤਾਂ ਫੜੀਆਂ ਗਈਆਂ, ਉਹ ਜਿਹੜੇ ਬਹਾਲ ਕਰਨੇ ਆ, ਠੀਕ ਹੈ ਜੀ, ਉਹ ਇਸ ਵਕੀਲ ਦੇ ਕੋਲ ਪਹੁੰਚਦਾ ਹੈ। ਤੇ ਇਹ ਵੀ ਕਿਉਂਕਿ ਇਹਨਾਂ ਦੋਨਾਂ ਦੀ ਗੁਰਨਾਮ ਦੀ ਤੇ ਪ੍ਰਿਤਪਾਲ ਜਿਹੜਾ ਹੈਗਾ ਵਕੀਲ LA ਫੇਲ ਜਿਹੜਾ ਹੈਗਾ ਆ ਜਿਹਦੇ ਉੱਤੇ ਰੋਕ ਲੱਗੀ ਹੋਈ ਹੈ, ਇਹ ਦੋਨਾਂ ਦੀ ਜੁੰਡਲੀ ਹੈ। ਇਹ ਦੋਨੋਂ ਮੋਟੇ ਨੋਟ ਖੱਟ ਰਹੇ ਨੇ ਉੱਥੇ ਬੈਠ ਕੇ, ਠੀਕ ਹੈ। ਜਿਹੜਾ LA ਇਹਨਾਂ ਦਾ ਹੈਗਾ ਪ੍ਰਿਤਪਾਲ, ਜਿਹਦੀ ਵਕਾਲਤ ਤੇ ਵੀ ਰੋਕ ਆ, ਉਹ ਫਿਰ ਬਹਾਲ ਕਰ ਦਿੰਦਾ ਹੈ। ਤੁਸੀਂ ਚਾਹੇ ਬਲਾਤਕਾਰ ਕੀਤਾ ਹੋਵੇ ਉਹ ਬਹਾਲ ਕਰ ਦੂਗਾ, ਚਾਹੇ ਫਾਈਲ ਦੇ ਵਿੱਚ ਜੋ ਮਰਜ਼ੀ ਕੇਸ ਹੋਵੇ, ਚੋਰੀ ਹੋਵੇ, ਠੱਗੀ ਹੋਵੇ, ਤੁਸੀਂ ਤੰਬਾਕੂ ਖਾਂਦੇ ਹੋਏ ਫੜੇ ਗਏ ਹੋ, ਦਾਰੂ ਪੀਂਦੇ ਫੜੇ ਗਏ ਹੋ, ਠੀਕ ਹੈ, ਗੁਰੂ ਘਰ ਦੀਆਂ ਸਰਾਹਾਂ ਦੇ ਵਿੱਚ ਕੋਈ ਕਰਮ ਕਰਦੇ ਫੜੇ ਗਏ, ਬਹਾਲ ਉਸ ਬੰਦੇ ਨੇ ਕਰਨਾ ਆ ਉਹਨੂੰ ਜਿਹਦੇ ਖੁਦ ਦੇ ਉੱਤੇ 420 ਦਾ ਪਰਚਾ ਆ ਸੰਗਤ ਜੀ, ਤੇ ਜਿਹਦੀ ਕੋਰਟ ਵੱਲੋਂ ਰੋਕ ਲੱਗੀ ਹੋਈ ਹੈ ਕਿ ਉਹ ਵਕਾਲਤ ਨਹੀਂ ਕਰ ਸਕਦਾ। ਹੁਣ ਤੁਸੀਂ ਮੈਨੂੰ ਆਪ ਸੋਚ ਕੇ ਦੱਸੋ ਵੀ ਇਹ ਕੰਜਰਾਂ ਦਾ ਟੋਲਾ ਨਹੀਂ ਹੈ। ਹੁਣ ਮੈਨੂੰ ਨਹੀਂ ਸਮਝ ਆਉਂਦੀ ਮੈਂ ਤੁਹਾਨੂੰ ਕਿਹੜੇ ਤਰੀਕੇ ਨਾਲ ਸਮਝਾਵਾਂ ਜਾਂ ਕਿਹੜੇ ਤਰੀਕੇ ਨਾਲ ਦੱਸਾਂ ਵੀ ਇਹਨਾਂ ਦੀਆਂ ਕਰਤੂਤਾਂ ਕੀ ਨੇ, ਕੀ ਇਹ ਕਰਦੇ ਨੇ, ਕੀ ਨਹੀਂ ਕਰਦੇ। ਹੁਣ ਅਗਰ ਮੈਂ ਧਾਮੀ ਸਾਹਿਬ ਤੋਂ ਜਿਹੜੇ ਸਵਾਲ ਕਰਦਾ ਆ ਵੀ ਤੁਸੀਂ ਮਰਿਆਦਾ ਦੀਆਂ ਗੱਲਾਂ ਕਰਦੇ ਹੋ, ਤੁਸੀਂ ਬਹਾਲੀ ਦੀਆਂ ਗੱਲਾਂ ਕਰਦੇ ਹੋ, ਤੁਸੀਂ ਗੁਰੂ ਘਰ ਦੇ ਵਿੱਚ ਕਹਿੰਦੇ ਹੋ ਵੀ ਕੋਈ ਲੁੱਟ ਨਹੀਂ ਹੁੰਦੀ, ਕੋਈ ਖਸੋਟੀ ਹੁੰਦੀ, ਕਿੰਨੀਆਂ ਚੀਜ਼ਾਂ ਤੁਹਾਨੂੰ ਦੱਸ ਚੁੱਕੀਆਂ, ਜ਼ਮੀਨਾਂ ਕਿੰਨੀਆਂ ਤੁਸੀਂ ਆਪਣੀਆਂ ਆਪਣੇ ਹੀ ਬੰਦਿਆਂ ਨੂੰ ਪੱਟੇ ਤੇ ਦਿੱਤੀਆਂ ਹੋਈਆਂ ਨੇ। ਗਿਆਨੀ ਗੁਰਬਚਨ ਦੇ ਕਿੰਨੇ ਬੰਦੇ ਆਪਣੇ 30 ਤੋਂ 40 ਮੈਂਬਰ ਉਹਦੇ ਆਪਣੇ ਲੱਗੇ ਹੋਏ ਨੇ, ਚਾਚੇ ਤਾਏ ਭੂਆ ਫੁੱਫੜ ਪਤਾ ਨਹੀਂ ਭਤੀਜੀਆਂ ਭਤੀਜੇ, ਸਾਰਾ ਕੁਨਬਾ SGPC ਦੇ ਵਿੱਚ। ਤੁਹਾਨੂੰ ਸ਼ਰਮ ਨਹੀਂ ਆਉਂਦੀ ਵੀ ਇੱਕ ਪਰਿਵਾਰ ਦਾ ਇੱਕ ਮੈਂਬਰ ਅਗਰ SGPC ਦੇ ਵਿੱਚ ਲਿਖਿਆ ਹੋਇਆ ਆ, ਹੋਣਾ ਚਾਹੀਦਾ ਹੈ, ਤੁਹਾਨੂੰ ਆਪ ਪਤਾ ਆ ਨਿਯਮ ਹੈ ਇਹ, ਪਰ ਤੁਸੀਂ ਨਹੀਂ। ਜੇ ਇੱਕ ਪਰਿਵਾਰ ਦਾ ਇੱਕ ਮੈਂਬਰ ਵੀ ਸੰਗਤ ਜੀ SGPC ਦੇ ਵਿੱਚ ਪੱਕੀ ਨੌਕਰੀ ਦੇ ਉੱਤੇ ਹੋਵੇ ਤਾਂ ਪੂਰਾ ਪਰਿਵਾਰ ਹੱਸਦਾ ਖੇਡਦਾ ਖੁਸ਼ ਹੋਵੇ, ਮਤਲਬ ਉਸ ਪਰਿਵਾਰ ਦੇ ਵਿੱਚ ਕਦੇ ਕੋਈ ਵਿਪਤਾ ਨਾ ਹੋ, ਕਿਉਂਕਿ ਮੈਡੀਕਲ ਕਲੇਮ ਵੀ ਵਿੱਚ ਉਹਦੇ ਵਿੱਚ ਹੈਗਾ। ਅਗਰ ਪੱਕਾ ਇੰਪਲੋਈ ਹੈਗਾ ਤਾਂ ਇਹਨਾਂ ਨੂੰ ਮੈਡੀਕਲ ਕਵਰ ਵੀ ਦੇਣਾ ਪੈਣਾ ਆ, ਸਿਕਿਉਰਿਟੀ ਦੇਣੀ ਪੈਣੀ ਆ, ਰਿਟਾਇਰਮੈਂਟ ਦੇਣੀ ਪੈਣੀ ਆ, ਫੰਡ ਦੇਣੇ ਪੈਣੇ ਆ, ਸਭ ਕੁਝ। ਪਰ ਇਹ ਇਦਾਂ ਦਾ ਇੱਜੜ ਬਹਿ ਗਿਆ ਵੀ ਇਹ ਇੱਕੋ ਹੀ ਟੱਬਰ ਦੇ ਵਿੱਚ ਸਾਰਾ ਕੁਝ ਕਰੀ ਜਾਂਦੇ ਨੇ। ਆਹ ਗੁਰੂ ਘਰ ਤੇਰਾ, ਆਹ ਗੁਰੂ ਘਰ ਤੇਰਾ, ਆਹ ਗੁਰੂ ਘਰ ਤੇਰਾ, ਆਹ ਗੁਰੂ ਘਰ ਤੇਰਾ, ਇੱਕ ਗੁਰੂ ਘਰ ਦੇ ਵਿੱਚ ਆਪਣੀ 3-3 4-4 5-5 ਬੰਦੇ ਬੜੇ ਹੋਏ ਆ, ਇੱਕੋ ਹੀ ਪਰਿਵਾਰ ਦੇ 10-10 20 ਮੈਂਬਰ ਕੰਮ ਕਰ ਰਹੇ ਆ। ਹੁਣ ਤੁਸੀਂ ਇਹਨੂੰ ਇੱਧਰਲੇ ਪਾਸੇ ਸੋਚੋ ਵੀ ਕਿੰਨੇ ਪਰਿਵਾਰ ਪੜ੍ਹੇ ਲਿਖੇ ਗੁਰਸਿੱਖ ਪਰਿਵਾਰ ਗਰੀਬੀ ਰੇਖਾ ਤੋਂ ਥੱਲੇ ਨੇ, ਕਿੰਨੇ ਮਜਬੀ ਸਿੰਘਾਂ ਦੇ ਪਰਿਵਾਰ ਗਰੀਬੀ ਰੇਖਾ ਤੋਂ ਥੱਲੇ ਨੇ, ਕਿੰਨੇ ਹੋਰ ਰੰਗਰੇਟੇ ਸਾਡੇ ਹੈਗੇ ਨੇ ਉਹ ਪਰਿਵਾਰ ਜਿਹਨਾਂ ਨੂੰ ਤੁਸੀਂ ਦਲਿਤ ਪਰਿਵਾਰ ਕਹਿ ਦਿੰਦੇ ਹੋ। ਖੈਰ ਮੇਰੇ ਵਾਸਤੇ ਕੋਈ ਰੰਗਰੇਟਾ, ਕੋਈ ਦਲਿਤ, ਕੋਈ ਮਜਬੀ ਜਾਤ ਪਾਤ ਮੇਰੇ ਵਾਸਤੇ ਕੋਈ ਮੈਟਰ ਨਹੀਂ ਕਰਦੀ, ਪਰ ਆਹ ਜਿਹੜਾ ਕੈਟਾਗਰਾਈਜ਼ ਇਹਨਾਂ ਨੇ ਕੀਤਾ ਹੋਇਆ ਨਾ, ਮੈਂ ਉਸ ਹਿਸਾਬ ਨਾਲ ਸਿਰਫ ਦੱਸ ਰਿਹਾ ਹਾਂ। ਤਾਂ ਕੋਈ ਇਹ ਨਾ ਸੋਚਿਓ ਕਿ ਮੈਂ ਜਾਤਾਂ ਨੂੰ ਲੈ ਕੇ ਕੈਟਾਗਰਾਈਜ਼ ਕਰ ਰਿਹਾ, ਕਿਉਂਕਿ ਮੇਰੇ ਵਾਸਤੇ ਕੁਝ ਕਲਗੀਧਰ ਨੇ ਜਾਤਾਂ ਉਸੇ ਦਿਨ ਮੁਕਾ ਦਿੱਤੀਆਂ ਸੀ ਜਦੋਂ ਖੰਡੇ ਬਾਟੇ ਦੇ ਵਿੱਚ ਉਹਨਾਂ ਨੇ ਪਹਲ ਤਿਆਰ ਕਰਕੇ ਬਿਨਾਂ ਜਾਤ ਪਾਤ ਦੇ ਭਾਵ ਤੋਂ ਇੱਕੋ ਹੀ ਬਾਟੇ ਦੀ ਪਹਲ 5 ਪਿਆਰਿਆਂ ਨੂੰ ਪਿਲਾਈ ਸੀ ਤੇ ਉਸ ਤੋਂ ਬਾਅਦ ਖੁਦ ਛਕੀ ਸੀ। ਸੋ ਮੈਂ ਇਹ ਕਹਿ ਰਿਹਾ ਹਾਂ ਵੀ
ਜਿਹਨਾਂ ਨੂੰ ਅਸੀਂ ਕਹਿੰਦੇ ਆ ਕਿ ਇਹ ਮਤਲਬ ਗਰੀਬ ਸ਼੍ਰੇਣੀ ਦੇ ਵਿੱਚ ਸਾਡੇ ਆਉਂਦੇ ਨੇ, ਜੇ ਉਹਨਾਂ ਦੇ ਪਰਿਵਾਰ ਦਾ ਇੱਕ ਜੀਵ ਵੀ ਇਹਨਾਂ ਨੇ ਐਸਜੀਪੀਸੀ ਦੇ ਵਿੱਚ ਲਾਇਆ ਹੁੰਦਾ ਨਾ, ਤਾਂ ਉਹ ਪਰਿਵਾਰਾਂ ਦੇ ਹਾਲਾਤ ਕੁਝ ਹੋਰ ਹੁੰਦੇ। ਜਿਹੜੇ ਇਹ ਚੀਕਾਂ ਮਾਰਦੇ ਨੇ ਨਾ, ਧਰਮ ਪਰਿਵਰਤਨ ਧਰਮ ਪਰਿਵਰਤਨ ਧਰਮ ਪਰਿਵਰਤਨ, ਧਰਮ ਪਰਿਵਰਤਨ ਨਾ ਹੁੰਦਾ ਕਿਸੇ ਦਾ। ਜੇ ਇਹ ਦੇਖਦੇ ਸਾਡੇ ਸਿਗਲੀਗਰ ਸਿੱਖ ਭਰਾਵਾਂ ਨੂੰ ਜਿਹੜੇ ਸ਼ਸਤਰਾਂ ਦੇ ਵਿੱਚ ਇੰਨੇ ਮਾਹਿਰ ਸੀ, ਜਿਹਨਾਂ ਦੇ ਹੱਥ ਦੇ ਵਿੱਚ ਇੰਨਾ ਹੁਨਰ ਸੀ, ਉਹਨਾਂ ਨੂੰ ਇਹਨਾਂ ਨੇ ਮਤਲਬ ਇੰਨਾ ਕੀ ਮਜਬੂਰ ਕਰਤਾ, ਭੀਖ ਤੱਕ ਮੰਗਣ ਤੇ ਮਜਬੂਰ ਕਰਤਾ। ਯੂਪੀ ਐਮਪੀ ਵੱਲ ਕਦੀ ਜਾ ਕੇ ਸਿਗਲੀਗਰ ਸਿੱਖਾਂ ਦੇ ਜਿਹੜੇ ਉੱਥੇ ਮਤਲਬ ਜਗ੍ਹਾ ਹੈਗੀ, ਮੈਂ ਤਾਂ ਝੋਪੜੀਆਂ ਹੀ ਕਹਾਂਗਾ ਜਿੱਥੇ ਰਹਿੰਦੇ ਨੇ ਇਲਾਕਿਆਂ 'ਚ, ਜਾ ਕੇ ਕਦੀ ਨਜ਼ਰ ਮਾਰ ਕੇ ਆਇਓ, ਅੱਖਾਂ ਤੁਹਾਡੀਆਂ ਭਰ ਆਉਣਗੀਆਂ। ਤੇ ਉਹਨਾਂ ਸਿਗਲੀਗਰ ਸਿੱਖਾਂ ਵਾਸਤੇ ਕਰੋੜਾਂ ਰੁਪਏ ਦਾ ਫੰਡ ਜਿਹੜਾ ਬਾਹਰੋਂ ਸਾਡੀ NRI ਸੰਗਤ ਨੇ ਭੇਜਿਆ, ਵੀ ਨਾਲੇ ਉਹ ਮਤਲਬ 6-7 ਕਰੋੜ ਦਾ ਫੰਡ ਸੀਗਾ, ਤੇ ਉਹ 6-7 ਕਰੋੜ ਦੇ ਵਿੱਚ ਉੱਥੇ ਮਤਲਬ ਸਿਗਲੀਗਰ ਸਿੱਖਾਂ ਦੀ ਇੱਕ ਕਲੋਨੀ ਤਾਂ ਬਹੁਤ ਵਧੀਆ ਹੋ ਜਾਂਦੀ, ਮੈਂ ਜਿੱਥੇ ਤੱਕ ਸੋਚਦਾ ਆ। ਕਿਉਂਕਿ ਉਹ ਇੱਕ ਥਾਂ ਦੇ ਉੱਤੇ 25-30-40 ਕੀ ਪਰਿਵਾਰ ਰਹਿੰਦੇ ਨੇ ਸਿਗਲੀਗਰ ਸਿੱਖਾਂ ਦੇ, ਤੇ ਉਹ 6-7 ਕਰੋੜ ਦੇ ਨਾਲ ਨਾ, ਤੇ ਅਸੀਂ ਅਗਰ ਸਿੱਧੇ ਕਮਰੇ ਪਾ ਕੇ ਵੀ ਪੱਕੇ ਦੇ ਦਿੰਦੇ ਤਾਂ ਵੀ ਮਤਲਬ ਬਹੁਤ ਵਧੀਆ ਉਹਨਾਂ ਨੂੰ ਘਰ ਬਣ ਜਾਂਦੇ। ਪਰ ਦੁੱਖ ਦੀ ਗੱਲ ਆ, ਉਹ ਵੀ ਕਿਸੇ ਸਾਡੇ ਆਪਣੇ ਨੇ, ਬਹੁਤ ਮਤਲਬ ਨਾਮ ਆ ਉਸ ਦਾ ਬੰਦੇ ਦਾ, ਉਹ ਖਾ ਗਿਆ ਤੇ ਉਹਨੇ ਡਕਾਰ ਵੀ ਨਹੀਂ ਲਿੱਤਾ। ਉਸ ਬੰਦੇ ਦਾ ਮੈਂ ਨਾਮ ਸਿਰਫ ਇਸ ਕਰਕੇ ਨਹੀਂ ਲੈਂਦਾ ਕਿਉਂਕਿ ਉਹਦੇ ਨਾਲ ਬਹੁਤ ਕੁਰਬਾਨੀਆਂ ਵਾਲਾ ਕੋਈ ਇਨਸਾਨ ਜੁੜਿਆ ਆ, ਜੋ ਅੱਜ ਵੀ ਸਜ਼ਾਵਾਂ ਭੋਗ ਰਿਹਾ ਹੈ ਜੇਲ੍ਹ ਦੇ ਅੰਦਰ। ਜੇ ਮੈਂ ਉਸ ਬੰਦੇ ਦਾ ਨਾਮ ਰਿਵੀਲ ਕਰਤਾ ਨਾ, ਤਾਂ ਕਿਸੇ ਨਾ ਕਿਤੇ ਉਸ ਇਨਸਾਨ ਦੀ ਜੋ ਕੌਮ ਨੂੰ ਦੇਣ ਆ, ਜੋ ਕੁਰਬਾਨੀ ਹੈ, ਉਹਦੇ ਉੱਤੇ ਵੀ ਹੋ ਸਕਦਾ ਉਂਗਲਾਂ ਚੱਕੀਆਂ ਜਾਣ। ਤਾਂ ਕਰਕੇ ਬਹੁਤ ਕੌੜੇ ਘੁੱਟ ਸਾਨੂੰ ਭਰ ਕੇ ਬਹਿਣੇ ਪੈਂਦੇ ਨੇ, ਜਿਹੜੇ ਸਾਨੂੰ ਪਤਾ ਹੁੰਦੇ ਨੇ। ਇਸ ਕਰਕੇ ਮੈਂ ਬੇਨਤੀ ਕਰਦਾ ਹੁੰਦਾ ਵੀ ਕਿਸੇ ਵੀ ਗਰੁੱਪ ਨੂੰ, ਕਿਸੇ ਵੀ ਮਤਲਬ ਸੰਸਥਾ ਨੂੰ, ਕੋਈ ਵੀ ਏਜੰਸੀਜ਼ ਨੂੰ ਜਿਹੜੀ ਕਹਿੰਦੇ ਅਸੀਂ ਸੇਵਾ ਕਰ ਰਹੇ ਹਾਂ, ਮਕਾਨ ਬਣਾ ਕੇ ਦੇ ਰਹੇ ਹਾਂ ਜੀ, ਆਹ ਕਰ ਰਹੇ ਹਾਂ, ਉਹ ਕਰ ਰਹੇ ਹਾਂ, ਕਿਰਪਾ ਕਰਕੇ ਬੇਨਤੀ ਆ, ਹੱਥ ਬੰਨ੍ਹਦਾ ਨਾ। ਆਪਣਾ ਮੈਂ ਕਹਿ ਰਿਹਾ, ਆਪਣੇ ਪਿੰਡ ਸਾਹਿਬ ਨੂੰ ਸਿਗਲੀਗਰ ਸਿੱਖਾਂ ਦੀ ਅਗਰ ਮਦਦ ਕਰਨੀ, ਆਪਣਾ ਬੰਦਾ ਭੇਜੋ, ਆਪਣਾ ਬੰਦਾ ਆਪ ਭੇਜੋ, ਕਿਸੇ ਤੇ ਭਰੋਸਾ ਨਾ ਕਰੋ। ਸਾਰੀਆਂ ਦੁਕਾਨਦਾਰੀਆਂ ਚਲਾ ਰਹੇ ਨੇ, ਆਪਣਾ ਬੰਦਾ ਭੇਜੋ, ਭੇਜ ਕੇ ਮਦਦ ਕਰਵਾ ਲਓ। ਆਪਣੇ ਪਿੰਡ ਦੇ ਬੰਦਿਆਂ ਦੀ ਡਿਊਟੀ ਲਾ ਦਿਓ ਵੀ ਤੁਸੀਂ ਜਾਓ, ਯੂਪੀ ਜਾਓ, ਤੁਸੀਂ MP ਜਾਓ, ਸਿਗਲੀਗਰ ਸਿੱਖਾਂ ਦੇ ਕਿੰਨੇ ਪਰਿਵਾਰ ਨੇ, ਉਹਨਾਂ ਨੂੰ ਆ ਰਾਸ਼ਨ ਮੁਹੱਈਆ ਕਰਵਾ ਕੇ ਆਓ, ਸਾਡੇ ਵੱਲੋਂ ਬੋਰੀਆਂ ਭਰ ਕੇ ਲੈ ਕੇ ਜਾਓ, ਦੇ ਕੇ ਆਓ, ਵੀਡੀਓਗ੍ਰਾਫੀ ਕਰੋ ਪ੍ਰੋਪਰ। ਇਹ ਨਹੀਂ ਹੈ ਵੀ ਵੀਡੀਓਗ੍ਰਾਫੀ ਅਸੀਂ ਨਸ਼ਰ ਕਰਨੀ ਹੈ ਦੁਨੀਆ ਤੇ। ਤੁਹਾਡੇ ਵੀ ਜਿਹੜੇ ਜਾ ਰਹੇ ਉਹਨਾਂ ਨੂੰ ਕਿਹਾ ਪ੍ਰੋਪਰ, ਹਰ ਕਿਸੇ ਦੇ ਹੱਥ 'ਚ ਮੋਬਾਈਲ ਲਾਉਣ ਕੇ ਮੋਬਾਈਲ ਦੇ ਵਿੱਚ ਵੀਡੀਓ ਬਣਾਓ, ਕਿੰਨੀਆਂ ਲੈ ਕੇ ਗਏ ਹੋ ਬੋਰੀਆਂ, ਕਿੰਨੀਆਂ ਬਣ ਕੇ ਆਏ ਹੋ, ਕਿ ਕਿਹੜੇ ਪਰਿਵਾਰ ਨੂੰ ਦੇ ਕੇ ਆਏ ਹੋ। ਗੱਲ ਮੁੱਕਦੀ ਹੈ। ਅਸੀਂ ਕਿਉਂ ਇਹਨਾਂ ਲੁਟੇਰਿਆਂ ਦੇ ਉੱਤੇ ਭਰੋਸਾ ਕਰ ਰਹੇ ਹਾਂ? ਧੜਾ ਧੜ ਪੈਸੇ ਭੇਜੀ ਜਾ ਰਹੇ ਹਾਂ, ਸੁੱਟੀ ਜਾ ਰਹੇ ਹਾਂ। ਤੇ ਇਹ ਹੁਣ ਦੀ ਗੱਲ ਨਹੀਂ ਆ 6-7 ਕਰੋੜ, ਠੀਕ ਹੈ, ਕਈ ਸਾਲ ਹੋ ਗਏ, ਮਤਲਬ 6-7 ਸਾਲ ਹੋ ਹੀ ਗਏ, ਉਸ ਤੋਂ ਵੱਧ ਹੀ ਹੋ ਗਏ ਹੁਣ ਸ਼ਾਇਦ। ਉਦੋਂ ਇਹ ਪੈਸਾ ਆਇਆ ਸੀ, ਖਾ ਲਿੱਤਾ ਗਿਆ, ਡਕਾਰ ਵੀ ਨਹੀਂ ਮਾਰਿਆ। ਤਾਂ ਫਿਰ ਅਸੀਂ ਅਗਰ ਕਹਿੰਦੇ ਆ ਵੀ ਮਤਲਬ ਕੋਈ ਬਾਹਰ ਜਿੰਨੇ ਬੈਠੇ ਹੋਏ ਛੋਟੀਆਂ ਮੋਟੀਆਂ ਸੰਸਥਾਵਾਂ ਸ਼ੁਰੂ ਕਰਕੇ ਉਹ ਹੋ ਗਏ ਜਾਂ SGPC ਹੋ ਗਈ, ਕੋਈ ਫਰਕ ਨਹੀਂ ਹੈਗਾ। ਬਸ ਤੁਹਾਨੂੰ ਦੇਖਣ ਨੂੰ ਸਿੱਖੀ ਭੇਖ ਲੱਗਦਾ ਆ, ਬਹੁਤ ਘੱਟ ਹੋਣਗੇ। ਮੈਂ ਉਹੀ ਕਿਹਾ, ਬਾਹਰ ਵੀ ਤੇ ਅੰਦਰ ਵੀ 5 ਤੋਂ 10%, 15% ਹੱਦ ਹੋਣਗੇ ਜਿਹਨਾਂ ਦੇ ਜ਼ਮੀਰ ਜਾਗਦੇ ਨੇ, ਠੀਕ ਹੈ, ਜਿਹੜੇ ਮਤਲਬ ਸੇਵਾਵਾਂ ਨਿਭਾ ਰਹੇ ਨੇ ਜਾਂ ਸੇਵਾਵਾਂ ਕਰਦੇ ਨੇ ਜਾਂ ਗੁਰੂ ਘਰਾਂ ਦੇ ਵਿੱਚ ਲੱਗੇ ਹੋਏ ਨੇ। ਬਾਕੀ ਸਾਰੇ ਆਲਮੋਸਟ ਕਰਪਟ ਨੇ। ਹੁਣ ਕਈਆਂ ਦੇ ਦਿਮਾਗ ਵਿੱਚ ਇਹ ਹੋਗਾ, ਲੈ ਸੈਣੀ ਤਾਂ ਸਾਰਿਆਂ ਨੂੰ ਬਦਮਾਸ਼, ਲੁੱਚਾ, ਗੁੰਡਾ, ਚੋਰ ਕਹਿ ਗਿਆ। ਕੈਟਾਗਰੀਜ਼ ਨੇ ਜੀ, ਕਈ ਬਦਮਾਸ਼ ਨੇ ਉਹਨਾਂ ਵਿੱਚੋਂ, ਕਈ ਲੁੱਚੇ ਨੇ, ਕਈ ਚੋਰ ਨੇ, ਕਈ ਠੱਗੀ 'ਚ ਮਾਹਿਰ ਨੇ, ਠੀਕ ਹੈ ਜੀ। ਹੁਣ ਉਹਨਾਂ ਨੂੰ ਕੈਟਾਗਰਾਈਜ਼ ਦੇ ਵਿੱਚ ਡਿਫਾਈਨ ਆਪੇ ਕਰ ਲਿਓ, ਤੇ ਬੜੇ ਜਾਣੇ ਜਾਣਦੇ ਹੋ ਤੁਸੀਂ, ਉਹਦੇ ਵਿੱਚ ਬਹੁਤ ਜਾਣੇ ਜਾਣਦੇ ਹੋ। ਫਿਰ ਉਹਦੇ ਵਿੱਚ ਮਤਲਬ ਕੁਛ ਨਹੀਂ ਹੁਣ ਬਚਦਾ ਹੈਗਾ। ਹੁਣ ਮੈਂ ਇੰਨਾ ਹੀ ਜੋ ਚੀਜ਼ਾਂ ਕਹੀਆਂ ਨੇ ਉਹ ਉੱਤੇ ਬਾਰ-ਬਾਰ ਜਿਹੜੀਆਂ ਬੇਨਤੀਆਂ ਕਰਦਾ ਕਿ ਜੋ ਚੀਜ਼ਾਂ ਮੈਂ ਦੱਸੀਆਂ ਹੋਈਆਂ ਨੇ ਉਹਨਾਂ ਦੇ ਉੱਤੇ ਕਾਰਵਾਈ ਅਗਰ ਤੁਸੀਂ ਕਰਨੀ ਹੈ ਤਾਂ ਆਪਣੇ ਵੱਲੋਂ, ਚਾਹੇ ਦੇਸ਼ਾਂ 'ਚ ਬੈਠੇ ਹੋ, ਵਿਦੇਸ਼ਾਂ 'ਚ ਬੈਠੇ ਹੋ, ਆਨਲਾਈਨ ਰਿਟਾਂ ਪਾਣੀਆਂ ਸ਼ੁਰੂ ਕਰੋ। SGPC ਮੈਂਬਰ ਜਿਹੜੇ ਕਰਪਟ ਹੈਗੇ ਨੇ, ਜਿੱਦਾਂ ਇਹਦਾ ਅੱਜ ਮੈਂ ਗੁਰਨਾਮ ਦੇ ਚਿੱਠੇ ਖੋਲ੍ਹੇ ਆ, ਠੀਕ ਹੈ, ਉਹ ਹੋ ਗਿਆ, ਪ੍ਰਿਤਪਾਲ ਹੋ ਗਿਆ, ਜਾਂ ਜਿਹੜਾ ਦੂਜਾ ਗੁਰਨੇਬ ਸਿੰਘ ਹੈਗਾ ਆ, ਉਹਦੀ ਗੱਲ ਕੀਤੀ ਹੈ, ਉਹਨਾਂ ਦੇ ਉੱਤੇ ਰਿਟਾਂ ਪਾਣੀਆਂ ਸ਼ੁਰੂ ਕਰੋ। FIR ਜਿਹੜੀਆਂ ਆਉਣ ਦੀਆਂ ਹੋਈਆਂ ਉਹ RTI ਪਾ ਕੇ ਕਢਵਾਓ, ਰਿਪੋਰਟਾਂ ਆਉਣ ਦੀਆਂ। ਪੰਜਾਬ ਸਰਕਾਰ ਨੂੰ ਕਹਿਣਾ ਹੈ, ਜਿਹਨਾਂ ਨੇ ਕਤਲ ਕੀਤੇ, ਜਿਹਨਾਂ ਨੇ ਔਰਤਾਂ ਤੱਕ ਗਾਇਬ ਕੀਤੀਆਂ, ਉਹਨਾਂ ਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ, 101% ਹੋਣੀ ਚਾਹੀਦੀ ਹੈ। ਕਿੱਦਾਂ SGPC ਤੇ ਕੰਮ ਕਰ ਰਹੇ ਨੇ? ਮਤਲਬ ਇਹਨਾਂ ਨੇ ਜਮਾਤ ਹੀ ਬਣਾ ਲਈ ਇਹ ਕ੍ਰਿਮੀਨਲਸ ਦੀ, ਸਪੈਸ਼ਲ ਗਰੁੱਪ ਆਫ ਪ੍ਰੋਫੈਸ਼ਨਲ ਕ੍ਰਿਮੀਨਲਸ। ਅਸੀਂ ਚੁੱਪ ਰਹਾਂਗੇ ਤਾਂ ਕੋਈ ਗੱਲ ਨਹੀਂ, ਫਿਰ ਤੁਸੀਂ ਦੇਖ ਲਿਓ, ਤੁਸੀਂ ਚੁੱਪ ਬੈਠੇ ਹੋ, ਅੱਜ ਨਹੀਂ ਤਾਂ ਕੱਲ ਤੁਹਾਡੇ ਘਰ ਤੱਕ ਵੀ ਇਹ ਅੱਗ ਆਊਗੀ। ਜਿਹਨਾਂ ਨੇ ਅਬਦਾਲੀ ਪਿੱਛੇ ਛੱਡਤੇ, ਔਰੰਗਜ਼ੇਬ ਪਿੱਛੇ ਛੱਡਤਾ, ਮੱਸਾ ਰੰਗੜ ਪਿੱਛੇ ਛੱਡਤੇ, ਉਹ ਤੁਹਾਨੂੰ ਲੱਗਦਾ ਤੁਹਾਨੂੰ ਬਖਸ਼ਣਗੇ? ਉਹ ਤੁਹਾਡੇ ਤੱਕ ਵੀ ਪਹੁੰਚਣਗੇ, 101% ਪਹੁੰਚਣਗੇ। ਖੈਰ, ਇਹ ਕਹਿੰਦੇ ਨੇ ਨਾ ਕਿ ਹਰ ਚੀਜ਼ ਦਾ ਇਹ ਬਹੁਤ ਧਿਆਨ ਰੱਖਦੇ ਨੇ। ਤਾਂ ਮੈਂ ਤੁਹਾਨੂੰ ਦੱਸਦਾ, ਇੱਕ ਥੋੜੇ ਦਿਨ ਪਹਿਲਾਂ ਇੱਕ ਵੀਡੀਓ ਚਲਾਈ ਸੀ ਨਾ ਕਿ ਕੀਰਤਨੀਆਂ ਦੇ ਪਿੱਛੇ ਕੌਣ ਬੈਠਿਆ ਹੁੰਦਾ। ਨਾਮ ਮੈਨੂੰ ਪਤਾ ਸੀ ਉਦੋਂ ਵੀ, ਮੈਂ ਜਾਣਬੁੱਝ ਕੇ ਨਹੀਂ ਬੋਲਿਆ, ਠੀਕ ਹੈ। ਕੀਰਤਨੀਆਂ ਦੇ ਪਿੱਛੇ ਇੱਕ ਬੰਦਾ ਹਮੇਸ਼ਾ ਫਰੇਮ ਦੇ ਵਿੱਚ ਬੈਠਿਆ ਸਾਨੂੰ ਨਜ਼ਰ ਆਉਂਦਾ ਹੈ, ਠੀਕ ਹੈ, ਮਹਿਤਾ ਸਾਹਿਬ। ਮਹਿਤਾ ਚਾਵਲਾ, ਬੜਾ ਨਾਮ ਤੁਸੀਂ ਸੁਣਿਆ ਆ ਜੀ, ਉਹੀ ਮਹਿਤਾ ਸਾਹਿਬ ਨੇ।
ਉਹਨਾਂ ਦੀ ਜਾਣ ਪਛਾਣ ਦੇ ਹੀ ਇੱਕ ਭਰਾ ਨੇ, ਉਹਨਾਂ ਨੂੰ ਬੜੀ ਖੁੰਦ ਹੈਗਾ, ਉਹਨਾਂ ਨੇ ਬੜੀ ਚੀਜ਼ ਕਹੀ ਸੀ, ਕਿਉਂਕਿ ਬਾਹਰੋਂ ਵੀ ਬੜੀਆਂ ਕੰਪਲੇਂਟਸ ਗਈਆਂ ਕਿ ਇਹ ਬੰਦੇ ਨੂੰ ਪਰਮਾਨੈਂਟ ਇਸੇ ਥਾਂ ਦੇ ਉੱਤੇ ਕਿਉਂ ਬਿਠਾਇਆ ਜਾਂਦਾ ਆ ਕੀਰਤਨੀਆਂ ਦੇ ਵਿੱਚ, ਠੀਕ ਹੈ ਜੀ। ਤੇ ਹੁਣ ਅਗਰ ਇਹ ਚੀਜ਼ ਅਸੀਂ ਦੇਖਦੇ ਹਾਂ ਕਿ ਇਸ ਬੰਦੇ ਨੂੰ ਬਾਹਰ ਬਿਠਾਇਆ ਗਿਆ ਤੇ ਇਹ ਜਗ੍ਹਾ ਪਰਮਾਨੈਂਟ ਇਸ ਬੰਦੇ ਵਾਸਤੇ ਫਿਕਸਡ ਹੈ ਜੀ, ਠੀਕ ਹੈ। ਕੋਈ ਇਸ ਜਗ੍ਹਾ ਤੋਂ ਇਸ ਬੰਦੇ ਨੂੰ ਉਠਾ ਨਹੀਂ ਸਕਦਾ। ਤੇ ਆ ਜਿਹੜੇ ਵੀਰ ਨੇ ਉਹ ਸੁਣੋ ਜਿਹੜਾ ਕੀ ਕਹਿ ਰਹੇ ਨੇ, ਤੁਹਾਨੂੰ ਆਪਣੇ ਪਤਾ ਲੱਗ ਜਾਏਗਾ। ਹਾਂਜੀ ਸਿੰਘ ਸਾਹਿਬ, ਆਪਣਾ ਪਹਿਲਾਂ ਨਾਮ ਦੱਸੋ ਤੇ ਕੀ ਕਹਿਣਾ ਚਾਹੁੰਦੇ ਹੋ ਤੁਸੀਂ? ਮੈਂ ਲਖਵਿੰਦਰ ਸਿੰਘ ਬੋਲਦਾ ਜੀ। ਜੀ ਸਰ, ਇੱਕ ਮੈਨੂੰ ਇੱਕ ਗੱਲ ਦੱਸੋ ਕਿ ਮੈਂ ਤਾਂ ਉੱਥੋਂ ਸਵੇਰੇ ਰੋਜ਼ ਅਕਾਲ ਤਖਤ ਸਾਹਿਬ ਤੋਂ ਚੱਲ ਕੇ ਆਉਂਦਾ ਜੀ, ਇਹਦਾ ਕੀ ਹੱਕ ਆ? ਫਿਰ ਉੱਥੇ ਬਹਿ ਕੇ ਕੀਰਤਨ ਸੁਣਦਾ। ਜਿਹੜੀ ਬਾਕੀ ਸਿੱਖ ਸੰਗਤ ਆ, ਨਾ ਉਹਨਾਂ ਨੂੰ ਤੇ ਪਾਲਕੀ ਸਾਹਿਬ ਦੇ ਲਾਗੇ ਜਾਣ ਦਿੱਤਾ, ਨਾ ਜਾਣ ਦਿੰਦੇ ਨੇ। ਜਿਹੜੇ ਵੀ ਉੱਥੇ ਪੱਕੇ ਨੇ ਜੀ, ਕੀ ਇਹਨਾਂ ਦਾ ਗੁਦਾਮ ਦਾ ਮਾਮਾ ਲੱਗਦਾ ਜਾਂ ਇਹ ਉਹਦੇ ਮਾਮੇ ਲੱਗਦੇ? ਜੀ ਇਹਦਾ ਜਵਾਬ ਐਸਜੀਪੀਸੀ ਪ੍ਰਧਾਨ ਜਾਂ ਜਥੇਦਾਰੀ ਦੇ ਸਕਦੇ ਨੇ ਜੀ, ਚਾਹੇ ਮੈਂ ਤਾਂ ਜੀ। ਤੁਸੀਂ ਉਸ ਦਿਨ ਚਾਵਲੇ ਦੀ ਮੈਂ ਤੁਹਾਡੀ ਇੰਟਰਵਿਊ ਦੇਖੀ, ਚਾਵਲੇ ਦੇ ਕਿੰਨੇ ਮੈਂਬਰ ਐਸਜੀਪੀਸੀ ਦੇ ਵਿੱਚ ਲੱਗੇ, ਉਹਨਾਂ ਦੀ ਕੁੜੀ, ਉਹਨਾਂ ਦਾ ਬੇਟਾ। ਇਹ ਚਾਵਲਾ ਕੌਣ ਸੀ? ਮਹਿਤਾ ਕੌਣ ਸੀ? ਜੀ ਵਲਟੋਆ ਹੈਗਾ। ਵਲਟੋਏ ਦੀ ਚਲੋ ਕੁਰਬਾਨੀ ਥੋੜੀ ਹੈਗੀ ਹੈ, ਮੈਂ ਮੰਨਦਾ ਉਸ ਗੱਲ ਨੂੰ, ਮੈਂ ਇੱਜ਼ਤ ਵੀ ਕਰਦਾ ਜੀ। ਧੋਬੀ ਘਾਟ ਅੰਮ੍ਰਿਤਸਰ ਦੇ ਵਿੱਚ ਰਹਿੰਦਾ, ਟੁੱਟਾ ਇਹਦੇ ਕੋਲ ਪ੍ਰਿਆ ਸਕੂਟਰ ਹੁੰਦਾ ਸੀ 1982-83 ਦੇ ਵਿੱਚ। ਸੁਣੀ ਜੀ ਬਾਦਲਾਂ ਨਾਲ ਮੇਰੀ ਸੁਣੋ ਗੱਲ, ਤੁਸੀਂ ਬਾਦਲਾਂ ਨਾਲ ਜੁੜਿਆ? ਹਾਂਜੀ, ਤੁਸੀਂ ਨਾਲ ਰਹੇ ਹੋ ਇਹਨਾਂ ਦੇ? ਉਹ ਮੈਂ ਸਰ ਉਸ ਟਾਈਮ ਵੀ ਕਾਲਜ ਦੇ ਵਿੱਚ ਖਾਲਸਾ ਕਾਲਜ ਪੜ੍ਹਦਾ ਸੀ, ਮੈਂ ਉਹਦੇ ਇਕੱਠੇ ਪੜ੍ਹੇ ਨੇ, ਇਕੱਠੇ ਰਹੇ ਨੇ। ਇਹ ਹੁਣ ਚਾਵਲਾ ਤੇ ਮਹਿਤਾ ਇਹ ਕੀ ਪੰਥ ਦੇ ਲੱਗਦੇ? ਜੀ ਸੈਕੰਡ ਵਿਸੇ ਦੀ ਮੈਂ ਇੱਜ਼ਤ ਕਰਦਾ, ਉਹਨੇ ਕੰਮ ਕੀਤਾ ਕਿਸੇ ਵੇਲੇ ਦਿੱਲੀ ਜਾ ਕੇ ਕੁਛ ਕੀਤਾ ਜੀ, ਲੇਕਿਨ ਉਹ ਵੀ ਧੋਬੀ ਘਾਟ ਦੇ ਵਿੱਚ ਰਹਿੰਦਾ ਕਿਉਂਕਿ ਉਹਦੇ ਮਿਸਟਰ ਟੀਚਰ ਸੀ। ਹੁਣ ਉਹਦੀ ਇਹਦੀ ਵਲਟੋ ਦੀ ਕੋਠੀ ਵੇਖ ਲਓ। ਧੋਬੀ ਘਾਟ ਦੇ ਵਿੱਚ ਕਿਰਾਏ ਦੇ ਉੱਤੇ ਰਹਿਣ ਵਾਲਾ ਬੰਦਾ ਹੁਣ ਰਣਜੀਤ ਐਵਨਿਊ ਦੀ ਪੋਸਟ ਕਲੋਨੀ ਦੇ ਵਿੱਚ ਰਹਿਣ ਦਿਆ, ਜਦੋਂ ਪੀਪੀਸੀਸੀ ਦਾ ਚੇਅਰਮੈਨ ਨੂੰ ਬਾਦਲ ਨੇ ਬਣਾਤਾ। ਇਹਨਾਂ ਦੀ ਜ਼ਮੀਨ ਮੱਧ ਗਈ। ਹੁਣ ਜ਼ਮੀਨਾਂ ਦਾ ਹਰ ਇੱਕ ਨੂੰ ਗੱਦੀ ਮਿਲ ਗਈ, ਇਹਦਾ ਮਤਲਬ ਸਾਰੇ ਪੈਸੇ ਕਮਾ ਗਏ। ਪੰਥ ਲਈ ਇਹਨਾਂ ਕੀਤਾ, ਲੇਕਿਨ ਉਹ ਪੰਥ ਇਹਨਾਂ ਦਾ ਬਾਅਦ ਚ 84 ਤੋਂ ਬਾਅਦ ਕਿੱਥੇ ਗਿਆ? ਬਿਲਕੁਲ। ਜਿਹੜੇ ਆਂਦੇ ਸੀ ਫੂਕ ਦਾਂਗੇ ਦਿੱਲੀ ਸਾਰੀ ਕੀਤੀ ਦਰਬਾਰ ਸਾਹਿਬ ਬੰਬਾ ਦੀ, ਮੈਨੂੰ ਦੱਸੋ ਨਾ ਇਹਦਾ ਨਾ ਦਾ ਜੀ। ਇਹ ਗੱਲਾਂ ਹੈਗੀਆਂ ਨਿੱਕੀਆਂ ਨਿੱਕੀਆਂ, ਲੇਕਿਨ ਕਾਊਂਟ ਕਰਦੀਆਂ ਨੇ ਬਹੁਤ ਵੱਡੀਆਂ। ਬਿਲਕੁਲ ਜੀ। ਇਹ ਸਵਾਲ ਦਾ ਮੈਂ objection ਆ ਤੇ ਮੇਰੇ ਕੋਲ ਪੁੱਛ ਲਓ, ਮੈਂ ਤੁਹਾਨੂੰ ਜਵਾਬ ਦੇ ਦੇਣਾ। ਮੈਂ ਉਹੀ ਕਹਿ ਰਿਹਾ ਵੀ ਜਿਹੜੀ ਅਸੀਂ ਪਹਿਲਾਂ ਵੀ ਵੀਡੀਓ ਰਿਲੀਜ਼ ਕੀਤੀ ਸੀਗੀ, ਸਵਾਲ ਬਹੁਤ ਸੰਗਤ ਦੇ ਆਏ ਸੀ ਵੀ ਕੀਰਤਨੀਆਂ ਦੇ ਪਿੱਛੇ ਮਹਿਤਾ ਹੀ ਕਿਉਂ ਬੈਠਿਆ ਰਹਿੰਦਾ ਹੈ ਹਮੇਸ਼ਾ। ਮੈਂ ਉਸ ਦੇ ਵਿੱਚ ਨਾਮ ਰੱਖੀ ਸੀ, ਮੈਂ ਤਾਂ ਸਿੰਪਲ ਇਹੀ ਗੱਲ ਉਸ ਵੀਡੀਓ ਦੇ ਵਿੱਚ ਕਹੀ ਸੀ ਵੀ ਆਹ ਬੰਦਾ ਕਿਉਂ ਬੈਠਿਆ ਰਹਿੰਦਾ, ਵੀਆਈਪੀ ਟ੍ਰੀਟਮੈਂਟ ਕਿਉਂ ਦਿੰਦੇ ਨੇ। ਮੈਂ ਸੁਣੀ ਆ ਤੁਹਾਡੀ, ਤੁਸੀਂ ਇੱਕ ਹੋਰ ਵੀਡੀਓ ਵਿਖਾਈ ਸੀ, ਉੱਤੇ ਇੱਕ ਸਰਦਾਰ ਜੀ ਹੋਰ ਬੈਠੇ, ਮੈਂ ਨਾਂ ਭੁੱਲ ਗਿਆ। ਇਹਨਾਂ ਨੂੰ ਗੱਦੀ ਉੱਥੇ ਦੇਤੀ ਬਾਬੇ ਰਾਮਦਾਸ ਨੇ। ਇੱਕ ਹੋਰ ਸੁਣਿਓ ਜੀ, ਜਿਹੜੀ ਹਿੰਦੂ ਜੈਂਟਲਮੈਨ ਪੰਜਾਬੀ ਜੀ ਜਾਂ ਆਪਣੇ ਤੁਸੀਂ ਕਹਿ ਲਓ ਸਿੰਧੀ ਭਾਜੀ ਜੀ, ਉਹਨਾਂ ਨੂੰ ਉੱਥੇ ਬਹਿਣ ਲਈ ਜਗ੍ਹਾ ਨਹੀਂ ਮਿਲਦੀ, ਇਹ ਉੱਥੇ ਬਹਿ ਕੇ ਕੀਰਤਨ ਕਰਦੇ ਨੇ। ਇਹ ਕੀ ਲੱਗਦੇ ਨੇ ਉਹਦੇ? ਕੁਝ ਨਹੀਂ ਜੀ, ਮੈਂ ਬੜੀ ਗੱਲ ਕਰ ਰਿਹਾ ਵਾਂ। ਰੋਜ਼ ਮੈਂ ਸਰਵਣ ਕਰਦਾ ਗੁਰਬਾਣੀ ਜੀ। ਇਹ ਅੱਖਾਂ ਮੀਟ ਕੇ ਉੱਥੇ ਬੈਠੇ ਹੁੰਦੇ ਆ। ਬਿਲਕੁਲ ਜੀ, ਹੁਣ ਸੰਗਤ ਨੂੰ ਪਤਾ ਲੱਗ ਗਿਆ, ਕੋਈ ਗੱਲ ਨਹੀਂ, ਅੱਗੇ ਇਹ ਕੀ ਕਰਦੇ ਨੇ ਕੀ ਨਹੀਂ ਕਰਦੇ, ਆਪਣੇ ਆਪ ਹੁਣ ਸੰਗਤ ਨੂੰ ਹੌਲੀ ਹੌਲੀ ਇਹਨਾਂ ਦੀਆਂ ਕਰਤੂਤਾਂ ਸੈਕੰਡ ਜੀ ਪੀਟੀਸੀ ਸੀ ਜੋ ਵੀ ਸੀ। ਖੈਰ ਮਤਲਬ ਇਹ ਪਤਾ ਬਜ਼ੁਰਗ ਜਿਹੜੇ ਘਰਾਂ 'ਚ ਬੈਠੇ ਹੋਏ ਨੇ, ਜਿਹੜੇ ਇਹਨਾਂ ਨੂੰ ਜਾਣਦੇ ਨੇ, ਜਿਹਨਾਂ ਨੂੰ ਇਹਨਾਂ ਦੀਆਂ ਕਰਤੂਤਾਂ ਪਤਾ ਆ ਵੀ 84 ਦੇ ਵਿੱਚ ਜੋ ਕੁਝ ਵਾਪਰਿਆ, ਉਸ ਤੋਂ ਬਾਅਦ ਇਹਨਾਂ ਨੇ ਕੀ ਕੌਮ ਦਾ ਘਾਣ ਕੀਤਾ। ਜਿਹੜੇ ਟੁੱਟੇ ਸਕੂਟਰਾਂ ਉੱਤੇ ਘੁੰਮਦੇ ਸੀ, ਕਿਰਾਏ ਦੇ ਮਕਾਨਾਂ 'ਤੇ ਰਹਿੰਦੇ ਸੀ, ਅੱਜ ਉਹਨਾਂ ਨੇ ਅਰਬਾਂ ਰੁਪਏ ਦੀਆਂ ਜਾਇਦਾਦਾਂ ਬਣਾ ਲਈਆਂ, ਸੰਪੱਤੀਆਂ ਬਣਾ ਲਈਆਂ। ਕਿੱਥੋਂ ਬਣਾਈਆਂ ਉਹ ਪਤਾ ਆ, ਕੌਮ ਦਾ ਖੂਨ ਪੀ ਪੀ ਕੇ ਬਣਾਈਆਂ ਨੇ, ਕੌਮ ਦਾ ਘਾਣ ਕਰ ਕਰਕੇ ਬਣਾਈਆਂ ਨੇ, ਮਾਵਾਂ ਦੇ ਪੁੱਤ ਜਵਾਨ ਮਰਵਾ ਕੇ ਫੇਰ ਬਣਾਈਆਂ ਨੇ। ਦੁਨੀਆ ਜਾਣਦੀ ਹੈ, ਇਹ ਜਿੰਨੇ ਮਰਜ਼ੀ ਪਰਦੇ ਪਾਲਣ। ਇਹਨਾਂ ਦੇ ਜਿਹੜੇ ਚਿੱਟੇ ਚੋਲੇ ਆ, ਕਦੀ ਲਾਹ ਕੇ ਦੇਖਿਓ, ਅੰਦਰੋਂ ਤੁਹਾਨੂੰ ਲਾਲ ਖੂਨ ਨਾਲ ਭਿੱਜੇ ਹੋਏ ਕਦੀ ਨਿਚੋੜੋਗੇ ਨਾ ਤਾਂ ਖੂਨ ਹੀ ਰਿਸੂਗਾ ਉਹਨਾਂ ਦੇ ਵਿੱਚੋਂ। ਬਹੁਤਾਤ ਇੱਦਾਂ ਦੇ ਨੇ। ਫਿਰ ਜਿੰਨੇ ਮਰਜ਼ੀ ਉੱਚੇ ਅਹੁਦਿਆਂ 'ਤੇ ਬਹਿਣ, ਪਰ ਇੱਕ ਚੀਜ਼ ਮੈਂ ਹਮੇਸ਼ਾ ਕਹਿਣਾ ਹੁੰਦਾ ਆ, ਸਿਕੰਦਰ ਨੇ ਸਾਰੀ ਦੁਨੀਆ ਜਿੱਤ ਲਈ ਸੀ, ਪਰ ਮਰਨ ਤੋਂ ਪਹਿਲਾਂ ਉਹਨੇ ਇੱਕੋ ਹੀ ਆਖਰੀ ਖੁਆਇਸ਼ ਕੀਤੀ ਸੀ ਵੀ ਜਦੋਂ ਮੈਂ ਮਰਿਆ ਮੈਨੂੰ ਜਦੋਂ ਕਬਰ 'ਚ ਪਾਉਂਗੇ ਨਾ, ਮੇਰੇ ਹੱਥ ਬਾਹਰ ਰੱਖ ਦਿਓ।
ਜਦੋਂ ਮੇਰਾ ਜਨਾਜ਼ਾ ਲੈ ਕੇ ਜਾਓਗੇ ਨਾ ਮੇਰੇ ਹੱਥ ਬਾਹਰ ਰੱਖ ਦਿਓ, ਠੀਕ ਹੈ। ਕਫਨ ਤੇ ਕੋਈ ਜੇਬ ਨਹੀਂ ਹੁੰਦੀ, ਯਾਦ ਰੱਖਿਓ। ਕੁਛ ਤੁਸੀਂ ਨਾਲ ਲੈ ਕੇ ਨਹੀਂ ਜਾਣਾ। ਜੋ ਤੁਸੀਂ ਲੋਕਾਂ ਦੀਆਂ ਅੱਖਾਂ 'ਚ ਘੱਟਾ ਪਾ ਕੇ ਕਮਾ ਰਹੇ ਹੋ, ਜੋ ਗੁਰੂ ਰਾਮਦਾਸ ਦੀਆਂ ਅੱਖਾਂ 'ਚ ਘੱਟਾ ਪਾ ਕੇ ਕਮਾ ਰਹੇ ਹੋ ਨਾ, ਸਾਰਾ ਇੱਥੇ ਰਹਿਣਾ ਆ। ਤੇ ਉਸ ਤੋਂ ਬਾਅਦ ਜੋ ਘਰ ਦੇ ਵਿੱਚ ਤੁਹਾਡੇ ਹਰਾਮ ਦੀ ਕਮਾਈ ਆਈ ਹੋਈ ਹੈ ਨਾ ਗੁਰੂ ਰਾਮਦਾਸ ਦੇ ਦਰ ਤੋਂ ਜਾਂ ਕਿਸੇ ਵੀ ਦਰ ਤੋਂ, ਉਹ ਕੋੜ ਬਣ ਕੇ ਨਿਕਲਣੀ ਤਾਂ ਹੈਗੀ ਹੈ। ਜਿਹੜੇ ਮਰਜ਼ੀ ਤਰੀਕੇ ਨਿਕਲੇ, ਤੁਹਾਡੀਆਂ ਔਲਾਦਾਂ ਭੋਗਣਗੇ। ਜਦੋਂ ਤੱਕ ਉਹ ਕਮਾਈ ਘਰ ਦੇ ਵਿੱਚ ਹੈਗੀ ਹੈ, ਤੁਹਾਡੇ ਘਰ ਦੇ ਅੰਦਰ ਕੋੜ ਰਹਿਣਾ ਹੀ ਰਹਿਣਾ, ਉਹ ਜਿੱਦਾਂ ਦਾ ਮਰਜ਼ੀ ਹੋਵੇ। ਇਹ ਯਾਦ ਰੱਖਿਓ। ਉਸ ਤੋਂ ਤੁਸੀਂ ਕਦੇ ਵੀ ਮਤਲਬ ਮੁਕਤ ਹੀ ਨਹੀਂ ਹੋ ਸਕਦੇ। 1 ਰੁਪਈਆ ਜੇ ਹਰਾਮ ਦੀ ਕਮਾਈ ਘਰੇ ਆ ਜਾਵੇ ਨਾ ਤਾਂ ਉਹ ਵੀ ਭਾਰ ਆਉਂਦਾ ਆ। ਤੇ ਜੇ ਤੁਸੀਂ ਸੱਚੀਆਂ ਸੁੱਚੀਆਂ ਰੂਹਾਂ ਦੇ ਨਾਲ ਉੱਥੇ ਕੰਮ ਕਰ ਰਹੇ ਹੋ ਤਾਂ ਤੁਹਾਨੂੰ ਬਾਬੇ ਨਾਨਕ ਦੇ ਦਿੱਤੇ ਸਿਧਾਂਤ ਤੇ ਪਹਿਰਾ ਦੇਣਾ ਚਾਹੀਦਾ ਸੀ। ਕਿਰਤ ਕਰੋ, ਨਾਮ ਜਪੋ, ਵੰਡ ਛਕੋ। ਪਰ ਤੁਸੀਂ ਤਾਂ ਇਹਦੇ ਤੇ ਵੀ ਪੋਚਾ ਮਾਰਤਾ, ਮਿੱਟੀ ਮਾਰਤੀ। ਜਿਹੜੀਆਂ ਤੁਹਾਨੂੰ ਜ਼ਿੰਮੇਵਾਰੀਆਂ ਨਿਭਾਉਣੀਆਂ ਚਾਹੀਦੀਆਂ ਸੀ ਕਿ ਸਿੱਖ ਬੱਚਿਆਂ ਨੂੰ ਅਸੀਂ ਫ੍ਰੀ ਐਜੂਕੇਸ਼ਨ ਦਈਏ, ਚੰਗੇ ਸਿੱਖ ਬੱਚਿਆਂ ਨੂੰ ਸਕਾਲਰਸ਼ਿਪ ਦਈਏ, ਉਹਨਾਂ ਨੂੰ MBBS ਬਣਾਈਏ, MD ਬਣਾਈਏ, ਉਹਨਾਂ ਨੂੰ, ਠੀਕ ਹੈ, ਉਹਨਾਂ ਨੂੰ IPS ਬਣਾਈਏ, IAS ਬਣਾਈਏ। ਸਾਡੀਆਂ ਜ਼ਿੰਮੇਵਾਰੀਆਂ ਸੀਗੀਆਂ ਇਹ। ਸਾਡੇ SGPC ਦਾ ਐਡਾ ਬਜਟ ਆ, ਕੀ ਅਸੀਂ ਉਹ ਬੱਚੇ ਨਹੀਂ ਕਰ ਸਕਦੇ? ਤੁਸੀਂ ਤਾਂ ਆਪਣੇ ਮੈਡੀਕਲ ਕਾਲਜਾਂ ਦੇ ਵਿੱਚ ਬੱਚਿਆਂ ਨੂੰ ਐਡਮਿਸ਼ਨ ਦੇਣ ਵਾਸਤੇ ਵੀ ਤੁਸੀਂ ਰਿਸ਼ਵਤਾਂ ਖਾਣ ਲੱਗ ਪਏ ਹੋ। ਤੁਸੀਂ ਆਪਣੇ ਸਕੂਲਾਂ ਦੇ ਵਿੱਚ ਮਤਲਬ ਬੱਚਿਆਂ ਨੂੰ ਗੁਰਮਤਿ ਦੀ ਸਿੱਖਿਆ ਤਾਂ ਕੀ ਦੇਣੀ, ਉਹਨਾਂ ਦੇ ਵਿੱਚ ਵੀ ਅੰਗਰੇਜ਼ੀ ਪੜ੍ਹਾਉਣ ਲੱਗ ਪਏ। ਪ੍ਰਾਇੋਰਟੀ ਅੰਗਰੇਜ਼ੀ ਨੂੰ ਪਹਿਲਾਂ ਦਿੰਦੇ ਹੋ ਤੁਸੀਂ ਤਾਂ ਉੱਥੇ ਵੀ ਮਰਿਆਦਾ ਨਹੀਂ ਰੱਖ ਸਕੇ। ਜੇ ਸਿੱਖ ਗੁਰੂ ਘਰ ਹੈ ਨੇ, ਮੈਨੂੰ ਦੱਸੋ ਕ੍ਰਿਸਚਨਾਂ ਦੇ ਤੁਸੀਂ ਕਿਸੇ ਵੀ ਸਕੂਲ ਦੇ ਵਿੱਚ ਚਲੇ ਜਾਓ, ਉਹਦੇ ਵਿੱਚ ਤੁਹਾਨੂੰ ਪ੍ਰੋਪਰ ਡਰੈਸ ਦੇ ਵਿੱਚ ਨਨਸ ਦਿਖਣਗੀਆਂ, ਜਿਹੜੀਆਂ ਟੀਚਰਸ ਹੈਗੀਆਂ ਨੇ। ਫਾਦਰ ਜਿਹੜੇ ਹੈਗੇ ਨੇ ਪ੍ਰੋਪਰ ਡਰੈਸ ਦੇ ਵਿੱਚ ਦਿਖਣਗੇ ਤੁਹਾਨੂੰ। ਸਾਡੇ ਇੱਥੇ ਮੂੰਹ ਵੀ ਕਈਆਂ ਨੇ ਮਤਲਬ ਸਾਫ਼ ਕੀਤੇ ਆ, ਠੀਕ ਹੈ ਨਾ, ਸਿਰੋਂ ਵੀ ਰੋਡੇ ਆ। ਜਿੰਨੀਆਂ ਔਰਤਾਂ ਹੈਗੀਆਂ ਨੇ ਉਹ ਤੁਹਾਨੂੰ ਪਤਾ ਹੀ ਆ। ਬੀਬੀ ਜਸਵੀਰ ਕੌਰ ਕੀ ਨਾਮ ਸੀ ਉਹਦਾ, ਮੈਨੂੰ ਤਾਂ ਨਾਮ ਵੀ ਭੁੱਲ ਜਾਂਦਾ, ਹਰਜੀਤ ਕੌਰ ਵਰਗੀਆਂ, ਠੀਕ ਹੈ, ਮਤਲਬ ਜਿਹੜੀਆਂ ਅਫੀਮ ਵੀ ਵੇਚਦੀਆਂ, ਸਭ ਕੁਝ ਵੇਚਦੀਆਂ, ਇੱਦਾਂ ਦੀਆਂ ਬੀਬੀਆਂ ਤੁਸੀਂ ਰੱਖੀਆਂ ਆ। ਨਾਲੇ ਇੱਕ ਸਕੂਲ ਦੀ ਗੱਲ ਜਾਂ ਇੱਕ ਕਾਲਜ ਦੀ ਗੱਲ ਨਹੀਂ ਹੈਗੀ ਜੀ। ਆ ਪਿੱਛੇ ਜਿਹੜੇ ਕਾਲਜ ਦੇ ਵਿੱਚ ਲੜਾਈ ਝਗੜਾ ਹੋਇਆ ਸੀ, ਉੱਥੇ ਵੀ ਆਈ ਥਿੰਕ ਡੀਨ ਜਾਂ ਕੌਣ ਉਹ ਭਈਆ ਹੀ ਆ। ਫਿਰ ਇਹਨਾਂ ਨੂੰ ਸ਼ਰਮ ਤਾਂ ਨਹੀਂ ਆਉਂਦੀ? ਇਹਨਾਂ ਨੂੰ ਕਿਸੇ ਚੀਜ਼ ਦਾ ਉਹ ਨਹੀਂ ਹੈ। ਜੇ ਇਹ ਮਰਿਆਦਾ ਕਰਦੇ ਨੇ ਤਾਂ ਪਹਿਲਾਂ ਇਹਨਾਂ ਨੂੰ ਚਾਹੀਦਾ ਵੀ ਆਪਣੇ ਸਕੂਲ ਕਾਲਜ ਹੋ ਗਏ, ਉਹਨਾਂ ਦੇ ਵਿੱਚ ਤਾਂ ਘੱਟੋ ਘੱਟ ਟੀਚਰਾਂ ਦੇ ਵਾਸਤੇ ਤਾਂ ਮਰਿਆਦਾ ਕੁਛ ਰੱਖਣ ਵੀ ਆਹ ਤੁਹਾਡਾ ਡਰੈਸ ਕੋਡ ਆ, ਆਹ ਕੱਪੜੇ ਤੁਸੀਂ ਪਾ ਕੇ ਆ ਸਕਦੇ ਹੋ, ਠੀਕ ਹੈ। ਦਾੜੇ ਤੁਹਾਡੇ ਪ੍ਰਕਾਸ਼ ਹੋਣੇ ਚਾਹੀਦੇ ਨੇ, ਸਿਰ ਤੇ ਦਸਤਾਰਾਂ ਹੋਣੀਆਂ ਚਾਹੀਦੀਆਂ ਨੇ, ਆ ਬਾਣੀ ਦੇ ਤੁਸੀਂ ਧਾਰਨੀ ਹੋਣੇ ਚਾਹੀਦੇ ਹੋ। ਹੋਰ ਨਹੀਂ ਕੁਛ ਤਾਂ ਉਸ ਕਾਲਜ ਉਸ ਸਕੂਲ ਦੇ ਵਿੱਚ ਨੌਕਰੀਆਂ ਲੈਣ ਵਾਸਤੇ ਹੀ ਕੁਝ % ਤਾਂ ਆਪਣੇ ਆਪ ਨੂੰ ਬਾਣੀ ਦਾ ਧਾਰਨੀ ਬਣਾਉਣਗੇ। ਪਰ ਨਾ ਜੀ, ਇਹਨਾਂ ਲਈ ਤਾਂ ਚੰਗਾ ਆ ਵਧੀਆ ਅੰਮ੍ਰਿਤ ਨਹੀਂ ਛਕਿਆ, ਅਸੀਂ ਅਡਾਪਟ ਕਰ ਲੈਂਦੇ ਦੂਜਾ ਬੰਦਾ। ਇਹਨਾਂ ਵਾਸਤੇ ਚੰਗਾ ਆ ਵੀ ਕੌਮ ਦਾ ਬੇੜਾ ਬੈਠੇ। ਅਸੀਂ ਬਾਦਲਾਂ ਦਾ ਘਰ ਭਰ ਸਕਦੇ ਆ, ਪਰ ਇੱਕ ਗਰੀਬ ਦਾ ਬੱਚਾ ਨਹੀਂ ਪੜ੍ਹਾ ਸਕਦੇ ਮੁਫਤ। ਮੈਂ ਲਿਸਟ ਮੰਗੀ ਸੀ ਕਿੰਨੇ ਕੀ ਤੁਸੀਂ ਬੱਚੇ ਪੜ੍ਹਾਏ ਨੇ, ਕਿੰਨੇ ਕੀ SGPC ਨੇ ਅੱਜ ਤੱਕ IAS ਬਣਾਏ ਨੇ, IPS ਬਣਾਏ ਨੇ, ਕੱਢੇ ਨੇ, MD ਕਿੰਨੇ ਕੀ ਕੱਢੇ ਨੇ, ਦੱਸ ਦਿਓ ਡਾਕਟਰ। ਕਿੰਨੇ ਬੱਚਿਆਂ ਦੀ ਕੁਆਲੀਫਿਕੇਸ਼ਨ ਤੁਸੀਂ ਫ੍ਰੀ ਕਰਵਾਈ ਆ ਅੱਜ ਤੱਕ? ਕਾਲਾ ਚੱਕ ਕੇ ਮੰਗਣ ਨੂੰ ਤਾਂ ਬਹੁਤ ਤਿਆਰ ਹੁੰਦੇ ਹੋ NRIਆਂ ਤੋਂ ਵੀ, ਤੇ NRI ਵਿਚਾਰੇ ਜਿਹੜੇ ਭੇਜਦੇ ਆ ਉਹ ਚੀਜ਼ਾਂ ਗਾਇਬ ਕਰਨ ਨੂੰ ਬਹੁਤ ਤਿਆਰ ਹੋ। ਸ਼ਰਮ ਪੂਰੀ ਤਰ੍ਹਾਂ ਵੇਚ ਖਾਦੀ ਹੈ ਤੁਸੀਂ। ਕਿਤੇ ਆਪਣੀ ਜ਼ਿੰਮੇਵਾਰੀ ਨਿਭਾਈ ਹੈ? ਕਿਤੇ ਲਿਟਰੇਚਰ, ਸਿੱਖ ਇਤਿਹਾਸ ਦਾ ਸਹੀ ਲਿਟਰੇਚਰ ਛਾਪ ਕੇ ਤੁਸੀਂ ਕਦੇ ਬੱਚਿਆਂ ਨੂੰ ਸਕੂਲਾਂ ਦੇ ਵਿੱਚ ਭੇਜਿਆ ਆ? ਆਪਣੇ ਸਕੂਲ ਛੱਡੋ, ਕਿਤੇ ਵੀ ਭੇਜਿਆ ਆ? ਫਿਰ ਆਂਦੇ ਆ ਸਾਨੂੰ ਨਸੀਹਤਾਂ ਦੇਣ ਵਾਸਤੇ, ਮਰਿਆਦਾ ਦੇ ਵਿੱਚ ਰਿਹਾ ਕਰੋ। ਰਘਵੀਰ ਜੀ ਤੁਹਾਨੂੰ ਕਹਿ ਰਿਹਾ ਆ, ਕੱਲ ਦੀ ਪ੍ਰੈਸ ਕਾਨਫਰੰਸ ਅੱਜ ਮੈਂ ਕਰਤੀ, ਠੀਕ ਹੈ। ਸੰਗਤ ਨੂੰ, ਲੋਕਾਂ ਨੂੰ ਨਸੀਹਤਾਂ ਦੇਣ ਤੋਂ ਪਹਿਲਾਂ ਨਾ ਆਪਣੀ ਪੀੜ੍ਹੀ ਥੱਲੇ ਸੋਟਾ ਮਾਰੋ। ਜਿੱਦਾਂ ਤੁਸੀਂ ਕਰੈਕਟਰ ਦੇ ਹਰ ਪਾਸਿਓਂ ਹਰ ਚੀਜ਼ ਵਾਸਤੇ ਸੁਹਿਰਦ ਹੋ ਜਾਓਗੇ, ਚੰਗੇ ਹੋ ਜਾਓਗੇ ਨਾ, ਤੁਹਾਡੇ EMPLOYE ਚੰਗੇ ਹੋ ਜਾਣਗੇ, ਮੈਨੇਜਰ ਗੰਦੇ ਤੁਸੀਂ ਕੱਢ ਕੇ ਕਾਤਲ, ਗੁੰਡੇ, ਬਦਮਾਸ਼ ਬਾਹਰ ਕਰ ਦੋਗੇ, ਉਦਣ ਇੱਜ਼ਤ ਹੋਊਗੀ ਤੁਹਾਡੀ। ਉਸ ਤੋਂ ਪਹਿਲਾਂ ਨਹੀਂ ਹੁੰਦੀ। ਕਰ ਲਓ ਜੋ ਕਰਨਾ ਹੈ, ਕਹੀ ਜੋ ਕਹਿਣਾ ਹੈ। ਸੈਣੀ ਜਿੱਦਾਂ ਬੋਲਦਾ ਸੀ ਉੱਦਾਂ ਬੋਲ ਰਿਹਾ, ਉੱਦਾਂ ਬੋਲੂਗਾ, ਉੱਦਾਂ ਬੋਲਦਾ ਰਹੂਗਾ। ਨਹੀਂ ਸੁਧਰ ਜੋ, ਨਹੀਂ ਸੁਧਰੋਗੇ ਮੈਂ ਚੁੱਪ ਨਹੀਂ ਕਰਦਾ। ਬਾਕੀ ਸੰਗਤ ਜੀ ਤੁਹਾਡੇ ਉੱਤੇ, ਤੁਸੀਂ ਕੀ ਇਸ ਸਾਰੇ ਮਸਲੇ ਉੱਤੇ ਸੋਚਦੇ ਹੋ? ਆਪਣੇ ਵਿਚਾਰ ਨੀਚੇ ਕਮੈਂਟਸ ਦੇ ਵਿੱਚ ਜ਼ਰੂਰ ਦਿਆ ਕਰੋ। ਚੈਨਲ ਵੱਧ ਤੋਂ ਵੱਧ ਸਬਸਕ੍ਰਾਈਬ ਕਰਿਆ ਕਰੋ ਮੇਰੀ ਹੌਸਲਾ ਅਫਜ਼ਾਈ ਕਰਨ ਵਾਸਤੇ ਤੇ ਵੱਧ ਤੋਂ ਵੱਧ ਸੰਗਤ ਤੱਕ ਪਹੁੰਚਾਉਣ ਵਾਸਤੇ। ਜਿਹਨਾਂ ਨੇ ਮੈਂਬਰਸ਼ਿਪ ਲੈਣੀ ਹੈ, ਥੱਲੇ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਹੈ, ਉਹਨੂੰ ਤੁਸੀਂ ਜੁਆਇਨ ਕਰ ਸਕਦੇ ਹੋ। ਤੇ ਬਾਕੀ ਆਪਣੀਆਂ ਭਾਵਨਾਵਾਂ ਨੀਚੇ ਕਮੈਂਟਸ ਦੇ ਵਿੱਚ ਤੁਸੀਂ ਵਿਅਕਤ ਕਰ ਹੀ ਸਕਦੇ ਹੋ। ਤੇ ਨਾਲ ਹੀ ਮੈਂ SGPC ਦੇ ਜਿੰਨੇ ਵੀ EMPLOYE ਹੈਗੇ ਨੇ ਉਹਨਾਂ ਨੂੰ ਇਹੀ ਬਾਰ-ਬਾਰ ਬੇਨਤੀ ਕਰਦਾ ਵੀ ਜਿਹੜੇ ਵੀ ਦੁਖੀ ਹੈਗੇ ਹੋ, ਜਿਹਨਾਂ ਨੂੰ ਵੀ ਇਹਨਾਂ ਨੇ ਤੰਗ ਕੀਤਾ ਹੈ, ਜੋ ਵੀ ਤੁਹਾਡੇ ਕੋਲ ਸਬੂਤ ਹੈਗੇ ਨੇ, ਜੋ ਐਪਲੀਕੇਸ਼ਨਸ ਤੁਸੀਂ SGPC ਨੂੰ ਦਿੱਤੀਆਂ ਨੇ, ਜਿੰਨੇ ਵੀ ਕਾਮੇ ਨੇ, ਜਿਹਨਾਂ ਦੇ ਨਾਲ ਧੱਕਾ ਹੁੰਦਾ ਹੈ, ਉਹ ਮੈਨੂੰ ਸੰਪਰਕ ਸਿੱਧੇ ਤੌਰ ਤੇ ਕਰ ਸਕਦੇ। ਜੋ ਵੀ ਤੁਹਾਡੇ ਕੋਲ ਪ੍ਰੂਫ ਪਏ ਨੇ ਉਹ ਤੁਸੀਂ ਮੈਨੂੰ ਸਿੱਧੇ ਤੌਰ ਦੇ ਉੱਤੇ ਭੇਜ ਸਕਦੇ ਹੋ, ਠੀਕ ਹੈ ਜੀ। ਨੰਬਰ ਮੈਂ ਬਹੁਤ ਵਾਰ ਫਲੈਸ਼ ਕੀਤਾ 9888184087। ਅੱਜ ਫੇਰ ਤੋਂ ਲਗਾ ਦੇਣਾ 9881844087। ਇਸ ਨੰਬਰ ਦੇ ਉੱਤੇ ਮੈਨੂੰ ਤੁਸੀਂ ਸੰਪਰਕ ਕਰ ਸਕਦੇ ਹੋ WhatsApp ਦੇ ਉੱਤੇ। ਤੇ ਪਲੀਜ਼ ਐਪਰੀਸੀਏਸ਼ਨ ਕਾਲਸ ਸਿਰ ਮੱਥੇ ਤੁਹਾਡੀਆਂ ਸਾਰਿਆਂ ਦੀਆਂ ਹੀ ਪ੍ਰਵਾਨ ਨੇ। ਮੈਨੂੰ WhatsApp ਦੇ ਉੱਤੇ ਮੈਸੇਜ ਚੜ੍ਹਦੀ ਕਲਾ ਕਰ ਦਿਆ ਕਰੋ। ਕਾਲਸ ਮੇਰੇ ਕੋਲ ਬਹੁਤ ਸਾਰੀਆਂ ਇੱਦਾਂ ਨਹੀਂ ਪਿਕ ਹੁੰਦੀਆਂ, ਤਬੀਅਤ ਪਿੱਛੇ ਜੇ ਮੇਰੀ ਖਰਾਬ ਹੋਣ ਲੱਗ ਪਈ ਸੀ ਕਾਲਸ ਪਿਕ ਕਰਕੇ।
ਸੋ ਇੰਨੀ ਕੀ ਬੇਨਤੀ ਪ੍ਰਵਾਨ ਕਰਨਾ, ਦਿਓ ਇਜਾਜ਼ਤ। ਚੜ੍ਹਦੀ ਕਲਾ ਚ ਰਹੋ, ਚੜ੍ਹਦੀ ਕਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।